ਇਹ ਖੇਤੀਬਾੜੀ ਵਿਭਾਗ ਨੂੰ ਸਾਰੇ ਪੰਜਾਬ ਦੇ ਵਿੱਚ ਉਸ ਦਿਨਾਂ ਤੋਂ ਹੀ ਛਾਪੇ ਮਾਰਨੇ ਚਾਹੀਦੇ ਸੀ ਸਾਰੀਆਂ ਦੁਕਾਨਾਂ ਤੇ ਵੀ ਇਹ ਕਿੱਥੋਂ ਬੀ ਆਏ ਨੇ। ਇਹਨਾਂ ਦੀਆਂ ਬਿੱਲ ਬੁੱਕਾਂ ਚੱਕਣੀਆਂ ਚਾਹੀਦੀਆਂ ਸੀ ਵੀ ਕਿੰਨੇ ਕਿੰਨੇ ਹਜ਼ਾਰ ਕੁਆਂਟਲ ਕਿਹਨੇ ਬੀ ਵੇਚਿਆ, ਕਿਉਂਕਿ 70 ਰੁਪਏ ਕਿਲੋ ਸਾਨੂੰ ਯੂਨੀਵਰਸਿਟੀ ਤੋਂ ਇਹ ਬੀ ਯੂਨੀਵਰਸਿਟੀ ਨੇ ਦਿੱਤਾ ਜੀ। ਇਹਨਾਂ ਨੇ 250 300 ਰੁਪਏ ਕਿਲੋ ਸਾਨੂੰ ਵੇਚਿਆ। ਜਿਵੇਂ ਦਵਾਈਆਂ, ਪੈਸਟੀਸਾਈਡ ਲਾ ਲਓ, ਬੀਜ ਲਾ ਲਓ, ਖਾਦਾਂ ਲਾ ਲਓ, ਇਹ ਤਿੰਨਾਂ 'ਚ ਐਡਾ ਕੁ ਵੱਡਾ ਘਪਲਾ ਹਰੇਕ ਸਾਲ ਅਸੀਂ ਫੜਦੇ ਆ। ਨੁਕਸਾਨ ਕਿਹਦੇ ਦੇ ਵਿੱਚ ਸਭ ਤੋਂ? ਇਹ ਸਾਰਿਆਂ ਤੋਂ ਵੱਧ ਕਿਸਾਨ ਦਾ ਹੀ ਨੁਕਸਾਨ ਹੈ। ਤਾਂ ਬਣੀ ਜਾਂਦੇ ਨੇ ਦੀ ਗੱਲ ਤਾਂ ਇਹ, ਕੋਈ ਸਖਤ ਬਿਆਨ ਤਾਂ ਆਵੇ ਇੱਕ ਵਾਰ। ਇਹ ਤਾਂ ਸੀਐਮ ਦਬਕਾ ਮਾਰਦਾ ਜਿਹਦਾ ਇਹ ਕਸੂਰ ਆ, ਮੈਂ ਉਹਨੂੰ ਟੰਗ ਦੂੰ, ਮੈਂ ਉਹਨੂੰ ਫਾਹੇ ਲਾ ਦੂੰ। ਇਹ ਗੱਲਾਂ ਤਾਂ ਆਮ ਹੁੰਦੀਆਂ ਵਜ਼ੀਰ ਕਹਿੰਦੇ ਨੇ, ਪਰ ਉਹ ਪਤਾ ਨਹੀਂ ਕੀ ਚੁੱਪ ਕਰੇ ਆ, ਕਿਉਂ ਦੇਖੀ ਕੀ ਜਾਂਦੇ ਨੇ, ਕਿਉਂ ਸਾਡਾ ਨੁਕਸਾਨ ਕਰਾਉਣ ਲੱਗੇ ਹੋਏ ਨੇ। ਇਹ ਕਾਂਗਰਸੀਆਂ ਨੂੰ ਅੱਗੇ ਨਹੀਂ ਆਉਣਾ ਚਾਹੀਦਾ, ਇਹਨਾਂ ਦੀ ਸਰਕਾਰ ਆ। ਜੇ ਕੋਈ ਦੋਸ਼ ਲਾਉਂਦਾ ਇਹਨਾਂ ਨੂੰ ਸਵੀਕਾਰ ਕਰਨਾ ਚਾਹੀਦਾ ਵੀ ਹਾਂ ਠੀਕ ਆ ਜੀ, ਇਹਦੀ ਅਸੀਂ ਜਾਂਚ ਕਰਾਵਾਂਗੇ। ਪਰ ਕਣਕ ਦੀ ਲੋੜ ਆ, ਝੋਨੇ ਦੀ ਲੋੜ ਆ, ਕਿਉਂਕਿ ਇਹਨਾਂ ਨੇ ਤਾਂ ਸਾਨੂੰ ਭੁਲਾ ਹੀ ਦਿੱਤਾ ਸੀਗਾ, ਕੋਈ ਰੇਟ ਨਾ ਦੇਣਾ, ਚੀਜ਼ਾਂ ਮਹਿੰਗੀਆਂ ਕਰ ਦੇਣੀਆਂ, ਡੁਪਲੀਕੇਟ ਚੀਜ਼ਾਂ ਦੇਣੀਆਂ, ਦਵਾਈਆਂ ਦੇਣੀਆਂ, ਤੇ ਉਹ ਸਾਰਾ ਕੁਝ ਮਾਰ ਸਾਡੇ ਤੇ ਪੈਂਦੀ ਸੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ ਤੇ ਪੰਜਾਬ ਦੇ ਵਿੱਚ ਬੀਜ ਘੁਟਾਲੇ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ, ਵਾਰ ਪਲਟਵਾਰ ਹੋ ਰਹੇ ਨੇ। ਪਰ ਸਚਾਈ ਕੀ ਹੈ ਹਾਲੇ ਤੱਕ ਸਾਹਮਣੇ ਨਹੀਂ ਆਈ ਕਿ PR 128 129 ਦਾ ਬੀਜ ਯੂਨੀਵਰਸਿਟੀ ਤੋਂ ਬਗੈਰ ਜਿਹੜੇ ਪ੍ਰਾਈਵੇਟ ਵਿਕਰੇਤਾ ਨੇ ਉਹ ਕਿਵੇਂ ਵੇਚ ਸਕਦੇ ਨੇ। ਇਸੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਮੌਜੂਦ ਨੇ। ਲੱਖੋਵਾਲ ਸਾਹਿਬ, ਸਵਾਗਤ ਹੈ ਤੁਹਾਡਾ। ਧੰਨਵਾਦ ਜੀ। ਲੱਖੋਵਾਲ ਸਾਹਿਬ, ਹੋ ਕੀ ਰਿਹਾ ਹੈ? ਵਿਰੋਧੀ ਧਿਰਾਂ ਸਰਕਾਰ ਨੂੰ ਘੇਰ ਰਹੀਆਂ ਨੇ, ਸਰਕਾਰ ਦੇ ਮੰਤਰੀ ਵਿਰੋਧੀ ਧਿਰਾਂ ਤੇ ਵਾਰ ਪਲਟਵਾਰ ਕਰ ਰਹੇ ਨੇ, ਬੀਜ ਵਿਕਰੇਤਾ ਆਪਣੀਆਂ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ, ਪਰ ਇਹ ਜਿਹੜੀ ਹੁਣ ਤੱਕ ਦੀ ਜੋ ਘਟਨਾਕ੍ਰਮ ਹੈ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਕੀ ਪ੍ਰਾਈਵੇਟ ਤੌਰ ਤੇ ਬੀਜ ਵੇਚੇ ਜਾ ਸਕਦੇ ਨੇ ਯੂਨੀਵਰਸਿਟੀ ਤੋਂ ਬਗੈਰ PR 128 129 ਦੀ ਜਿਹੜੀ ਗੱਲ ਹੋ ਰਹੀ ਹੈ? ਰਾਣਾ ਜੀ, ਜਿਹੜੇ ਬੀ ਹੁੰਦੇ ਨੇ ਜੀ, ਨਵੇਂ ਬੀ ਜਿਹੜੇ ਆਉਂਦੇ ਨੇ, ਪੁਰਾਣੇ ਵੇਚ ਸਕਦੇ ਆ। ਪੁਰਾਣਾ ਕੋਈ ਵੀ ਬੀਜ ਜਿਹੜਾ ਪੁਰਾਣੇ ਲੰਮੇ ਸਮੇਂ ਤੋਂ ਚੱਲ ਰਿਹਾ, ਕੋਈ ਵੀ ਬੀਜ ਜਿਹੜਾ ਹੈਗਾ ਸੀਡ ਸਟੋਰ ਵਾਲਾ ਉਹਨੂੰ ਵੇਚ ਸਕਦਾ। ਪਰ ਜਿਹੜਾ ਨਵਾਂ ਬੀ ਆਉਂਦਾ, ਜਿਵੇਂ 128 PR 128 ਤੇ PR 129, ਉਹ ਯੂਨੀਵਰਸਿਟੀ ਨੇ 250 ਕੁਆਂਟਲ ਸਾਰਾ PR 128 ਦਿੱਤਾ ਕਿਸਾਨਾਂ ਨੂੰ ਐਤਕੀ ਬੀਜਣ ਲਈ, ਤੇ 3000 ਕੁਆਂਟਲ ਜਿਹੜਾ PR 129 ਦਿੱਤਾ। ਪਰ ਦੁੱਖ ਦੀ ਗੱਲ ਤਾਂ ਇਹ ਆ ਵੀ ਵੱਡੇ ਵੱਡੇ ਇਸ਼ਤਿਹਾਰ ਦਿੱਤੇ ਗਏ ਸਾਰੀਆਂ ਦੁਕਾਨਾਂ ਤੇ, ਕਦੇ ਇੱਕ ਫਰਮ ਨਹੀਂ, ਆ 10 ਫਰਮਾਂ ਨੇ ਮੇਰੇ ਕੋਲ। ਉਹਨਾਂ ਨੇ ਕਿਹਾ ਵੀ ਸਾਡੇ ਕੋਲ ਉਪਲਬਧ ਆ, ਜਿੰਨਾ ਮਰਜ਼ੀ ਲੈਣ ਜਾਓ, 100 ਕੁਆਂਟਲ ਲੈਣਾ, ਕਿਸੇ ਨੇ 50 ਕੁਆਂਟਲ ਲੈਣਾ, ਜਿੰਨਾ ਮਰਜ਼ੀ 128 ਲੈ ਲਓ, ਜਿੰਨਾ ਮਰਜ਼ੀ 129 ਲੈ ਲਓ। ਸਾਹਿਬ, ਰੇਟ ਤਾਂ ਇੱਕ ਜਗ੍ਹਾ ਹੋਈ, ਹੋਰ ਜਗ੍ਹਾ ਤਾਂ ਹੋਈ ਨਹੀਂ ਹਾਲੇ। ਇਹ ਖੇਤੀਬਾੜੀ ਮਹਿਕਮੇ ਦੀ ਨਲਾਇਕੀ ਆ। ਉਹ ਵੀ ਇੱਕ ਕਿਸਾਨ ਨੇ ਇਹਨਾਂ ਨੂੰ ਜਾਗਰੂਕ ਕੀਤਾ ਤੇ ਉਹਨੇ ਐਪਲੀਕੇਸ਼ਨ ਦਿੱਤੀ ਵੀ ਇੱਥੇ ਬੀ ਇਹ ਵਿਕ ਰਿਹਾ ਤੇ ਯੂਨੀਵਰਸਿਟੀ ਦੇ ਨਹੀਂ ਰਹੀ ਜੀ। ਤੇ ਉਹ ਵੀ ਸਿਰਫ ਸਾਹਮਣੇ ਯੂਨੀਵਰਸਿਟੀ ਦੇ ਗੇਟ ਦੇ ਸਾਹਮਣੇ ਦੁਕਾਨਾਂ ਨੇ। ਜਿਹੜਾ ਖੇਤੀਬਾੜੀ ਵਿਭਾਗ ਦਾ ਦਫ਼ਤਰ ਉਹ ਵੀ ਕੋਲ ਹੀ ਆ, ਉੱਥੇ ਤੁਰ ਕੇ ਹੀ ਜਾ ਸਕਦੇ ਆ, ਉਹਨਾਂ ਨੂੰ ਦੱਸਿਆ ਨਹੀਂ। ਫਿਰ ਇਹਨਾਂ ਨੇ ਜਿਹੜੀਆਂ ਐਡਾਂ ਚੈਨਲਾਂ ਦੇ ਉੱਪਰ ਵੀ ਚੱਲ ਰਹੀਆਂ ਸੀ, ਅਖਬਾਰਾਂ ਦੇ ਵਿੱਚ ਵੀ ਸੀਗੀਆਂ ਵੀ PR 128 ਦਾ ਵੀ ਸਾਡੇ ਕੋਲ ਉਪਲਬਧ ਆ, ਜਿੰਨਾ ਮਰਜ਼ੀ ਲੈ ਲਓ। ਬੜੇ ਸਾਰੇ ਸਟੋਰਾਂ ਨੇ, ਇਕੱਲੇ ਬਰਾੜ ਸੀਡ ਦੀ ਗੱਲ ਨਹੀਂ, 10 ਸਟੋਰਾਂ ਦੀਆਂ ਮੇਰੇ ਕੋਲ ਅੱਜ ਥੈਲੀਆਂ ਆਈਆਂ ਨੇ। ਸਵਾਲ ਇਹੀ ਹੈ ਨਾ ਫਿਰ, ਜਿਹੜੇ ਇਹ ਸਟੋਰ ਨੇ, ਬਰਾੜ ਸੀਡ ਸਟੋਰ ਹੈ, FIR ਦੇ ਵਿੱਚ ਬਹੁਤ ਸਾਰੇ ਨਾਮ ਨੇ ਕਿ ਕਿਤੋਂ ਲੈ ਕੇ ਆਏ, ਇਹ ਦੱਸਣਗੇ ਨਹੀਂ ਕਿ ਸਰਕਾਰ ਨੂੰ? ਕੀ ਜਿਹੜੀ ਗੱਲ ਵਿਭਾਗ ਦੀ ਗੱਲ ਹੈਗੀ ਆ ਉਹ ਪੁੱਛੇਗਾ ਨਹੀਂ? ਇਹਨਾਂ ਨੂੰ ਪੁੱਛੇ ਤਾਂ ਸਹੀ ਕਿ ਕਿੱਥੋਂ ਲਿਆਂਦੇ ਨੇ ਬੀਜ? ਇਹ ਨਹੀਂ, ਬੜੇ ਦਿਨ 15 ਦਿਨ ਹੋ ਗਏ ਨੇ ਹੁਣ ਤਾਂ ਇਹਨਾਂ ਨੇ ਬੀ ਵੀ ਲਕੋਤੇ, ਸਾਰੀਆਂ ਦੁਕਾਨਾਂ ਵਾਲਿਆਂ ਨੇ ਚੱਕ ਵੀ ਦਿੱਤੇ ਹੋਣੇ ਆ। ਇਹ ਖੇਤੀਬਾੜੀ ਵਿਭਾਗ ਨੂੰ ਸਾਰੇ ਪੰਜਾਬ ਦੇ ਵਿੱਚ ਉਸ ਦਿਨਾਂ ਤੋਂ ਹੀ ਛਾਪੇ ਮਾਰਨੇ ਚਾਹੀਦੇ ਸੀ ਸਾਰੀਆਂ ਦੁਕਾਨਾਂ ਤੇ ਵੀ ਇਹ ਕਿੱਥੋਂ ਬੀ ਆਏ ਨੇ। ਇਹਨਾਂ ਦੀਆਂ ਬਿੱਲ ਬੁੱਕਾਂ ਚੱਕਣੀਆਂ ਚਾਹੀਦੀਆਂ ਸੀ ਵੀ ਕਿੰਨੇ ਕਿੰਨੇ ਹਜ਼ਾਰ ਕੁਆਂਟਲ ਕਿਹਨੇ ਬੀ ਵੇਚਿਆ, ਉਹਦੀ ਬਾਅਦ ਇਨਕੁਆਇਰੀ ਕਰਨੀ ਚਾਹੀਦੀ ਸੀ। ਹੁਣ ਤਾਂ ਤੁਸੀਂ ਦੇਖੋ ਵੀ ਸਾਰੀਆਂ ਦੁਕਾਨਾਂ ਤੇ ਕਿਸੇ 128 29 ਦੇ ਬੋਰਡ ਵੀ ਲਾ ਦਿੱਤੇ ਨੇ, 128 29 ਜਿਹੜਾ ਬੀ ਵੀ ਚੱਕ ਦਿੱਤਾ, ਕਿਉਂਕਿ 70 ਰੁਪਏ ਕਿਲੋ ਸਾਨੂੰ ਯੂਨੀਵਰਸਿਟੀ ਤੋਂ ਇਹ ਬੀ ਯੂਨੀਵਰਸਿਟੀ ਨੇ ਦਿੱਤਾ। ਇਹਨਾਂ ਨੇ 250 300 ਰੁਪਏ ਕਿਲੋ ਸਾਨੂੰ ਵੇਚਿਆ। ਬੜਾ ਵੱਡਾ ਪਾੜੇ ਦਾ ਫਰਕ ਆ। ਉਹ ਵੀ ਇਹ ਨਹੀਂ ਪਤਾ ਵੀ 128 ਆ ਜਾਂ 129 ਆ, ਵੀ ਅਸਲੀ ਵੀ ਹੈ ਕਿ ਨਹੀਂ ਅਸਲੀ। ਕਿਉਂਕਿ ਇਹ 201 ਤੋਂ 201 ਆਈ ਸੀ ਥੋੜੇ ਸਾਲ ਪਹਿਲਾਂ, ਕਿਸਾਨਾਂ ਲਈ ਬੜੀ ਵਧੀਆ ਸੀਗੀ, ਪਰ ਉਹ ਸ਼ੈਲਰਾਂ ਲਈ ਜਾਂ ਉਹ ਦਾਣਾ ਬਦਰੰਗ ਕੁਛ ਹੁੰਦਾ ਸੀ, ਸ਼ੈਲਰਾਂ ਲਈ ਵਧੀਆ ਨਹੀਂ ਸੀ ਵੈਰਾਈਟੀ, ਉਹਦਾ ਝਾੜ ਵੀ ਵਧੀਆ ਨਿਕਲਦਾ ਸੀ। ਉਹਨੂੰ ਸੋਧ ਕੇ ਯੂਨੀਵਰਸਿਟੀ ਨੇ ਇਹ ਜਿਹੜੀ 128 ਜਾਂ 129 ਕੱਢੀ ਆ, ਉਹਦਾ ਬਦਲ ਸੀ, ਇਹਦਾ ਝਾੜ ਵੀ ਵੱਧ ਸੀਗਾ। ਉਹਦੇ ਚ ਫਿਰ ਇਹਨਾਂ ਨੇ ਕੁਛ ਤਾਂ ਇਹ ਜਿਹੜੇ ਰਲ ਕੇ ਯੂਨੀਵਰਸਿਟੀ ਨਾਲ ਰਲ ਕੇ
ਬੀ ਅੰਦਰੋਂ ਕੱਢ ਲੈਂਦੇ ਨੇ। ਪਰ ਸਵਾਲ ਤਾਂ ਇਹੀ ਪੈਦਾ ਹੋ ਰਿਹਾ ਨਾ, ਤੁਸੀਂ ਕੀ ਦੱਸਿਆ ਕਿ 3000 ਕੁਇੰਟਲ ਹੈ ਜਾਂ 250 ਕੁਇੰਟਲ ਜੋ ਵੀ ਹੈਗਾ 200 ਕੁਇੰਟਲ ਤਿਆਰ ਕੀਤਾ, ਪਰ ਇਹ ਤਾਂ ਹਜ਼ਾਰਾਂ ਕੁਇੰਟਲ ਦੇ ਵਿੱਚ ਬਾਹਰ ਆ ਗਿਆ ਬੀਜ। ਤਾਂ ਵੱਖਰੇ ਤੌਰ ਤੇ ਕਿੰਨੇ ਵਿਕਰੇਤਾ ਦੀ ਤੁਸੀਂ ਗੱਲ ਕਰ ਰਹੇ ਹੋ, ਥੈਲੇ ਛਪੇ ਹੋਏ ਨੇ, PR 128 129 ਦੀ ਐਡਸ ਚੱਲ ਰਹੀਆਂ ਨੇ, ਮਤਲਬ ਕੀ ਉਦੋਂ ਤੱਕ ਪਤਾ ਹੀ ਨਹੀਂ ਲੱਗਿਆ ਹੈਗਾ ਜਾਂ ਇੰਨੇ ਵੱਡੇ ਪੱਧਰ ਤੇ ਬੀਜ ਕਿੱਥੇ ਤਿਆਰ ਹੋ ਗਿਆ? ਦੋ ਸਵਾਲ ਨੇ। ਇਹ ਤਾਂ ਅਸਲੀ ਬੀਜ ਨਹੀਂ ਹੋਣਾ, ਪਤਾ ਨਹੀਂ ਕਿਹੜਾ ਬੀਜ ਹੈ, ਤਾਂ ਹੁਣ ਪਤਾ ਲੱਗੂਗਾ ਨਾ, ਤਾਂ ਅਸੀਂ ਦੱਸ ਸਕਦੇ ਹਾਂ। ਇਹ ਤਾਂ ਜਾਂ ਯੂਨੀਵਰਸਿਟੀ ਦੱਸ ਸਕਦੀ ਆ ਜਾਂ ਜਿਹਨੇ ਤਿਆਰ ਕਰਵਾਇਆ ਉਹ ਦੱਸ ਸਕਦਾ। ਬੜਾ ਵੱਡਾ ਸਕੈਂਡਲ ਆ, ਉਹਦੇ ਨਾਲ ਬੜਾ ਕਿਸਾਨਾਂ ਦਾ ਵੱਡਾ ਨੁਕਸਾਨ ਹੋਣਾ, ਕਿਉਂਕਿ ਪਨੀਰੀਆਂ ਤਕਰੀਬਨ 10 ਤਰੀਕ ਤੋਂ ਪਹਿਲਾਂ ਹੀ ਲੋਕਾਂ ਨੇ 10 ਨੂੰ ਤਾਂ ਗਵਰਨਮੈਂਟ ਨੇ ਕਿਹਾ ਲਾਉਣ ਨੂੰ, 7-8 ਤਰੀਕ ਨੂੰ ਲੋਕਾਂ ਨੇ ਪਨੀਰੀਆਂ ਲਾ ਦੀਆਂ ਨੇ। ਅੱਜ 15 ਦਿਨ ਤਾਂ ਹੋ ਗਏ ਸਾਨੂੰ ਪਨੀਰੀਆਂ ਲੱਗੀਆਂ ਨੂੰ ਜੀ, ਤੇ ਉਹ ਤਾਂ ਜੰਮਿਆ ਵੀ ਆਈਆਂ, ਹੁਣ ਪਤਾ ਨਹੀਂ ਲੱਗਣਾ। ਪਨੀਰੀ ਤਾਂ ਤੁਸੀਂ ਦੇਖ ਕੇ ਦੱਸ ਨਹੀਂ ਸਕਦੇ ਵੀ ਇਹ ਕਿਹੜਾ ਬੀਜ ਆ। ਨਕੋਵਾ ਸਾਹਿਬ, ਨੁਕਸਾਨ ਨਹੀਂ ਹੋਊਗਾ ਆਪਾਂ ਨੂੰ? ਪਤਾ ਨਹੀਂ ਕਿ ਬੀਜ ਕਿਹੜਾ, PR 128 ਹੈ ਵੀ ਹੈ ਕਿ ਨਹੀਂ, 129 ਹੈ ਵੀ ਹੈ ਕਿ ਨਹੀਂ, ਕਿਹੜੀ ਕਿਸਮ ਹੈ? ਜਦੋਂ ਵੇਚੋਗੇ, ਜਦੋਂ ਖੇਤ ਦੇ ਵਿੱਚ ਫਸਲ ਤਿਆਰ ਹੋਊਗੀ, ਉਦੋਂ ਪਤਾ ਲੱਗਣਾ ਹੈ। ਇਹ ਬੜੀ ਜਗ੍ਹਾ ਤੇ ਹਰੇਕ ਸਾਲ ਸਾਡੇ ਨਾਲ ਹੁੰਦਾ, ਬੜੀਆਂ ਕੰਪਲੇਂਟਾਂ ਹੁੰਦੀਆਂ ਸੀ। ਬਹੁਤ ਵਾਰੀ ਇਹ ਬੀਜ ਵਾਲੀਆਂ ਦੁਕਾਨਾਂ ਘੇਰਦੇ ਆ, ਉਹਨਾਂ ਨੂੰ ਫੜਦੇ ਆ। ਕਈ ਵਾਰ ਪਹਿਲਾਂ ਹੀ ਪੁੰਗਰ ਜਾਂਦਾ, ਕਈ ਵਾਰ ਅੱਧਾ ਛੋਟਾ ਰਹਿ ਜਾਂਦਾ, ਵੀ ਅੱਧਾ ਵੱਡਾ ਹੋ ਜਾਂਦਾ, ਕਈ ਵਾਰ ਪੱਕਦਾ ਹੀ ਨਹੀਂ। ਫਿਰ ਉਹ ਦੁਕਾਨਾਂ ਵਾਲਿਆਂ ਨੂੰ ਫੜਦੇ ਆ, ਫਿਰ ਸਮਝੌਤੇ ਹੁੰਦੇ ਨੇ, ਕਦੇ ਉਹ ਪੈਸੇ ਦੇਣਾ ਮੰਨ ਜਾਂਦੇ ਨੇ। ਇੱਕ ਤਾਂ ਬੜੀ ਵੱਡਾ ਨੁਕਸ਼ਾ, ਜਿਹੜਾ ਅਸੀਂ ਕਿਸਾਨ ਆ ਉਹ ਸਿੱਧਾ ਇਹਨਾਂ ਤੇ ਕੇਸ ਨਹੀਂ ਕਰ ਸਕਦਾ, ਸਿੱਧਾ ਅਸੀਂ FIR ਨਹੀਂ ਕਰਵਾ ਸਕਦੇ। ਅਸੀਂ ਇਹਨਾਂ ਕੋਲ ਜਾਂਦੇ ਆ, ਖੇਤੀਬਾੜੀ ਮਹਿਕਮੇ ਕੋਲ, ਇਹ ਇਹਨਾਂ ਦੀ ਮਰਜ਼ੀ ਹੈ, ਇਹ FIR ਕਰਾਉਣ ਨਾ ਕਰਾਉਣ। ਇਹ ਫਿਰ ਭੇਜਦੇ ਲੈਬੋਰਟਰੀ ਟੈਸਟ ਹੋਣ, ਜਿਵੇਂ ਦਵਾਈਆਂ, ਪੈਸਟੀਸਾਈਡ ਲਾ ਲਓ, ਬੀਜ ਲਾ ਲਓ, ਖਾਦਾਂ ਲਾ ਲਓ। ਇਹ ਤਿੰਨਾਂ 'ਚ ਐਡਾ ਕੁ ਵੱਡਾ ਘਪਲਾ ਹਰੇਕ ਸਾਲ ਅਸੀਂ ਫੜਦੇ ਆ। ਨੁਕਸਾਨ ਕਿਹਦੇ ਦੇ ਵਿੱਚ ਸਭ ਤੋਂ? ਇਹ ਸਾਰਿਆਂ ਤੋਂ ਵੱਧ ਕਿਸਾਨ ਦਾ ਹੀ ਨੁਕਸਾਨ ਹੈ। ਇਹ ਤਾਂ ਬਣੀ ਜਾਂਦੇ ਨੇ। 1974 ਦੇ ਵਿੱਚ ਅਸੀਂ ਖਾਦ ਫੜਿਆ ਸੀ, DAP, ਜਿਹੜਾ ਮਿੱਟੀ ਨੂੰ ਹੀ ਮਿੱਟੀ ਬਣਾ ਕੇ ਹੀ ਆ ਗਿਆ। ਅਸੀਂ ਐਡੀ ਵੱਡੀ ਲੜਾਈ ਲੜੀ, ਇੰਨੇ ਸਾਲ ਪਾਰਲੀਮੈਂਟ ਤੱਕ ਗਏ, ਅਸੀਂ ਹਾਈ ਕੋਰਟ ਤੱਕ ਗਏ, ਪਰ ਉਹ ਬੰਦੇ ਛੁੱਟ ਗਏ, ਕੁਝ ਨਹੀਂ ਬਣਿਆ। ਇਹਨਾਂ ਦਾ ਵੀ ਕੁਝ ਨਹੀਂ ਬਣਨਾ, ਤੁਹਾਡੇ ਸਾਹਮਣੇ ਦੇਖ ਲਿਓ। ਨਹੀਂ, ਇਹ ਮਤਲਬ ਘੁਟਾਲੇ ਹੋ ਕਿਉਂ ਜਾਂਦੇ ਨੇ? ਜੇ ਹੁਣ 128 129 ਪਤਾ ਨਹੀਂ ਹੈ ਕਿ ਨਹੀਂ, ਪਹਿਲੀ ਗੱਲ ਤਾਂ। ਦੂਜੀ ਗੱਲ ਕਿ ਯੂਨੀਵਰਸਿਟੀ ਤੋਂ ਬਗੈਰ ਤੁਸੀਂ ਕਹਿੰਦੇ ਹੋ ਵੇਚ ਨਹੀਂ ਸਕਦੇ ਹੈਗੇ, ਯੂਨੀਵਰਸਿਟੀ ਦੇ ਸਾਹਮਣੇ ਹੀ ਵਿਕੀ ਜਾਂਦਾ ਹੈ। ਤੇ ਉਹ ਜਿਹੜੇ ਤੁਸੀਂ 10 ਫਰਮਾਂ ਹੋਰ ਦੱਸ ਰਹੇ ਹੋ, ਇਹ ਫਰਮਾਂ ਨੇ, ਇਹ ਕਿਸੇ ਹੋਰ ਦਾ ਨਾਮ ਲਈ ਜਾਂਦੀਆਂ ਨੇ। ਪਰ ਜਾਂਚ ਤਾਂ ਹੋਵੇ ਨਾ ਕਿ ਤਿਆਰ ਕਿੱਥੇ ਹੋਇਆ, PR 128 129 ਹੈ, ਕਿਸਾਨ ਦਾ ਨੁਕਸਾਨ ਹੈ ਇਹਦੇ ਵਿੱਚ। ਨਹੀਂ, ਇਹ ਪਤਾ ਨਹੀਂ ਕਿਉਂ ਇਹਦੇ ਬੰਗਰ ਪੈ ਗਏ, ਅਕਾਲੀਆਂ ਕਾਂਗਰਸੀ। ਇਹਦੇ ਬੀਜ ਤੇ ਥੋੜ੍ਹਾ ਲਿਖਿਆ ਕੋਈ ਅਕਾਲੀ ਹੈ ਜਾਂ ਕਾਂਗਰਸੀ ਹੈ ਜਾਂ ਆਪ ਵਾਲਾ। ਇਹ ਕਾਂਗਰਸੀਆਂ ਨੂੰ ਅੱਗੇ ਨਹੀਂ ਆਉਣਾ ਚਾਹੀਦਾ, ਇਹਨਾਂ ਦੀ ਸਰਕਾਰ ਆ। ਜੇ ਕੋਈ ਦੋਸ਼ ਲਾਉਂਦਾ, ਇਹਨਾਂ ਨੂੰ ਸਵੀਕਾਰ ਕਰਨਾ ਚਾਹੀਦਾ ਵੀ ਹਾਂ ਠੀਕ ਆ ਜੀ, ਇਹਦੀ ਅਸੀਂ ਜਾਂਚ ਕਰਾਵਾਂਗੇ। ਕੋਈ ਆਰਡਰ ਹੀ ਨਹੀਂ, ਬਸ ਸਿੱਧੀ ਇਹ ਕਹਿ ਰਹੇ ਲਾਇਸੈਂਸ ਤੁਹਾਡੇ ਵੇਲੇ ਆਇਆ ਸੀ, ਸਾਡੇ ਵੇਲੇ ਆਇਆ ਸੀ, ਇਹ 2012 ਚ ਆਇਆ ਸੀ, ਇਹ 2015 ਚ ਆਇਆ ਸੀਗਾ। ਉਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਅੱਜ ਜਿਹੜਾ ਸਮਾਂ, ਅੱਜ ਸਾਰਿਆਂ ਤੋਂ ਫੜ ਕੇ, ਜਿੱਥੇ ਵੀ ਹੈਗਾ ਫੜ ਕੇ, ਉਹਨਾਂ ਨੂੰ ਜਿਹੜੇ ਮੁਜਰਮ ਨੇ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦੇਣੀ ਚਾਹੀਦੀ ਆ। ਗੱਲ ਤਾਂ ਇਹ ਫਰਾਡ ਹੋਇਆ ਕਿ ਨਹੀਂ ਹੋਇਆ, ਸਭ ਤੋਂ ਵੱਡਾ ਸਵਾਲ ਤਾਂ ਇਹ ਹੈ। ਫਰਾਡ ਹੋਇਆ, ਬਹੁਤ ਵੱਡਾ ਫਰਾਡ ਹੋਇਆ। ਜਦ ਆਮ ਦੁਕਾਨਾਂ ਤੇ ਬੀ ਪਿਆ, ਆਮ ਦੁਕਾਨਾਂ ਤੇ ਬੀ ਵਿਕ ਗਿਆ, ਇਹ ਕਿਸਾਨਾਂ ਨਾਲ ਵੱਡਾ ਵੀ ਹੋਇਆ ਫਰਾਡ। ਇਹ ਅੱਗੇ ਜਾ ਕੇ ਪਤਾ ਲੱਗੂ ਕਿਵੇਂ ਆ। ਕਿਸਾਨਾਂ ਨੂੰ ਅਸੀਂ ਬੇਨਤੀ ਕਰਦੇ ਆ ਵੀ ਤੁਸੀਂ ਹੋਰ ਪਨੀਰੀਆਂ ਲਾ ਲਓ, ਜਿਹੜਾ ਤੁਹਾਡੇ ਕੋਲ ਬੀਜ ਘਰ ਦਾ ਪਿਆ ਇਹਦੇ ਨਾਲੋਂ ਚੰਗਾ। ਤੁਹਾਨੂੰ ਪਤਾ ਤਾਂ ਹੈ ਸਾਡੇ ਕੋਲ ਕੀ ਪਿਆ, ਇਹਦੇ ਪਤਾ ਨਹੀਂ ਥੈਲੀਆਂ ਦੇ ਵਿੱਚ ਕੀ ਆ। ਅਸੀਂ 2017-18 ਦੇ ਵਿੱਚ ਵੀ ਇੱਕ ਕਿਸਮ ਆ ਗਈ ਸੀ 212 ਜੀ, ਉਹ ਜਦ ਅਸੀਂ ਪੁੱਛੀ ਤਾਂ ਬਠਿੰਡੇ ਸਾਈਡ ਤੇ ਬਹੁਤ ਵਿਕਿਆ। ਤਾਂ ਅਸੀਂ ਯੂਨੀਵਰਸਿਟੀ ਨੂੰ ਪੁੱਛਿਆ ਵੀ 212 ਕਿੱਥੋਂ ਆਇਆ, ਕਿਹਦਾ ਬੀਜ ਆ? ਆਪਣੇ ਉਹ 212 ਕਹਿੰਦੇ ਪੈਦਾ ਹੀ ਨਹੀਂ ਕੀਤਾ, ਸਾਨੂੰ ਤਾਂ ਪਤਾ ਨਹੀਂ 212 ਹੁੰਦਾ ਕੀ ਆ। ਉਹ ਪਤਾ ਨਹੀਂ ਹਰਿਆਣੇ ਚੋਂ ਲਿਆ ਕੇ ਇਹਨਾਂ ਨੇ ਕਿਵੇਂ ਵੇਚਤਾ। ਉਹ ਅਸੀਂ CM ਦੇ, ਉਦੋਂ CM ਕੈਪਟਨ ਸਾਹਿਬ ਸੀਗੇ 2017-18 ਚ, ਅਸੀਂ ਉਹ ਥੈਲੀਆਂ ਵੀ ਉਹਨਾਂ ਦੇ ਘਰੇ ਲਿਆ ਕੇ ਦਿੱਤੀਆਂ ਉਹਨਾਂ ਨੂੰ ਵੀ ਆ ਦੇਖੋ ਜੀ, ਬੀਜ ਦੀ ਇਨਕੁਆਇਰੀ ਕਰੋ। ਉਹ ਤੇ ਪਰਚਾ ਵੀ ਦਰਜ ਹੋਇਆ ਮਾੜਾ ਮੋਟਾ, ਜੋ ਜਿਵੇਂ ਹੁੰਦੇ ਨੇ ਪਰਚੇ, ਉਹ ਹੋਇਆ ਤੇ ਉਹ ਬੰਦਾ ਵੀ ਛੁੱਟ ਗਿਆ। ਤੇ ਤੁਹਾਡੇ ਸਾਹਮਣੇ ਛੁੱਟ ਵੀ ਜਾਂਦੇ ਨੇ। ਇਹਨਾਂ ਤੋਂ ਆ ਦੁਕਾਨ ਵੀ ਖੁੱਲੀ ਆ, ਬਰਾੜ ਦੀ ਫੜ ਵੀ ਲਿਆ, ਦੁਕਾਨਾਂ ਵੀ ਖੁੱਲੀਆਂ ਨੇ, ਕਿਉਂਕਿ ਇਹਨਾਂ ਕੋਲ ਲਾਇਸੈਂਸ 2-2 3-3 ਲਾਇਸੈਂਸ ਨੇ। ਇੱਕ ਇਹਦੇ ਆਪਦੇ ਨਾਂ, ਇੱਕ ਮੁੰਡੇ ਦੇ ਨਾਂ ਤੇ, ਜਾਂ ਇੱਕ ਘਰ ਵਾਲੀ ਦੇ ਨਾਂ ਤੇ। ਲਖਵਾਲ ਸਾਹਿਬ, ਪਰ ਕੋਈ ਤਾਂ ਕਿਤੇ ਤਾਂ ਕੋਈ ਕੰਮ ਘਾਟ ਹੈਗੀ ਹੈ ਨਾ। ਹੁਣ ਵਾਰ ਪਲਟਵਾਰ ਚ ਤਾਂ ਸਰਕਾਰਾਂ ਪੈ ਗਈਆਂ, ਵਿਰੋਧੀ ਧਿਰਾਂ ਪੈ ਗਈਆਂ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਉਹ ਬੀਜ ਵਾਲੀ ਗੱਲ ਤਾਂ ਪਿੱਛੇ ਹੀ ਰਹਿ ਗਈ। ਉਹ ਤਾਂ ਹੁਣ ਖੇਤੀਬਾੜੀ ਮਹਿਕਮੇ ਦੀ ਨਾਕਾਮੀ ਆ। ਇਹਨਾਂ ਦਾ ਹੀ ਮੇਨ ਫਰਜ਼ ਇਹਨਾਂ ਦਾ ਹੀ ਬਣਦਾ। ਯੂਨੀਵਰਸਿਟੀ ਨੇ ਤਾਂ ਬੀ ਕੱਢਣਾ। ਯੂਨੀਵਰਸਿਟੀ ਤੇ ਇੰਨੀ ਨਲਾਇਕੀ ਆ ਵੀ ਚਲੋ ਉਹਨਾਂ ਦੇ ਬੰਦੇ ਕੋ ਵਿੱਚੋਂ ਰਲ ਗਏ, ਕੁਛ ਬੀ ਉਹ ਕੱਢ ਦਿੰਦੇ ਆ। ਹਰੇਕ ਵਾਰੀ ਹੁੰਦਾ ਇਹ ਬੀ, ਜਦ ਇਹਨਾਂ ਨੇ ਕਰਨਾ ਹੁੰਦਾ ਤਾਂ ਜਿਹੜਾ ਪ੍ਰਾਈਵੇਟ ਤੋਂ ਵੱਧ ਸਾਨੂੰ ਮਿਲ ਜਾਂਦਾ। ਇਹ ਪਹਿਲਾ ਬੀ ਨਹੀਂ ਹੈਗਾ ਜਿਹੜਾ 126 121। ਯੂਨੀਵਰਸਿਟੀ ਬਾਅਦ ਚ ਦਿੰਦੀ ਆ, ਪ੍ਰਾਈਵੇਟ ਕੋ ਉਦੋਂ ਵੱਧ ਬੀ ਹੁੰਦਾ। ਉਦੋਂ ਬਾਅਦ ਆਪਾਂ ਹੁਣ ਗੱਲ ਅਸੀਂ ਇਹ ਵੀ ਫੜਿਆ, ਅੱਜ ਦੀ ਗੱਲ ਆ ਜੀ, ਨਾਰਾਇਣਗੜ੍ਹ ਇਹਨਾਂ ਦਾ ਹੀ ਫਾਰਮ ਆ ਯੂਨੀਵਰਸਿਟੀ ਦਾ। ਅੱਜ ਮੇਰੇ ਕੋਲ ਸ਼ਿਕਾਇਤਾਂ ਆਈਆਂ ਫਤਿਹਗੜ੍ਹ ਸਾਹਿਬ ਚ, ਹਾਂਜੀ ਅਮਲੋਹ ਦੇ ਨੇੜੇ, ਫਤਿਹਗੜ੍ਹ ਸਾਹਿਬ ਦੇ ਵਿੱਚ। ਉਹ ਮੇਰੇ ਕੋਲ ਸ਼ਿਕਾਇਤਾਂ ਆਈਆਂ, ਮੈਂ ਤੇ ਦਿਖਾ ਵੀ ਦਿੰਨਾ। ਇੱਕ ਤਾਂ ਜਿਹੜਾ ਇਹਨਾਂ ਨੇ ਥੈਲੀਆਂ ਸੀ 24 ਕਿਲੋ ਦੀਆਂ, ਉਹਦੇ ਚ ਕਿਲੋ, ਅੱਧਾ ਕਿਲੋ, ਪੌਣਾ ਕਿਲੋ ਬੀਜ ਘੱਟ ਆ। ਅੱਛਾ,
ਕਿਸਾਨਾਂ ਨਾਲ ਸਿੱਧੀ ਠੱਗੀ। ਤੁਸੀਂ ਵੇਟ ਕੀਤਾ ਉਹਦਾ? ਉਹਦੀ ਵੇਟ ਦੀ ਮੇਰੇ ਕੋਲ ਫੋਟੋਆਂ ਹੈਗੀਆਂ ਨੇ ਕੰਡੇ ਤੇ ਪੈ ਦੀਆਂ। ਉਹ ਮੇਰੇ ਕੋਲ ਬੰਦਿਆਂ ਨੇ, ਮੈਂ ਨਾਮ ਵੀ ਲੈ ਕੇ ਆਇਆ ਜ਼ਿਮੀਂਦਾਰਾਂ ਦੇ, ਜਿਨ੍ਹਾਂ ਨੇ ਕੰਪਲੇਂਟ ਲਿਖਤੀ ਵੀ ਕੀਤੀ ਆ। ਮਤਲਬ ਜਿੰਨਾ ਬੀਜ ਤੁਸੀਂ ਰਿਕਮੈਂਡ, ਮਤਲਬ ਉਹਦੇ ਥੈਲੇ ਤੇ ਲਿਖਿਆ ਸੀ ਉਹਨਾਂ ਨਿਕਲ ਹੀ ਨਹੀਂ ਰਿਹਾ। ਉਹਨਾਂ ਨਹੀਂ ਰਿਹਾ। ਉਹਦੀਆਂ ਉਹਨਾਂ ਨੇ ਕੰਪਲੇਂਟ ਵੀ ਕੀਤੀ ਆ, ਮੇਰੇ ਕੋਲ ਲਿਖਤੀ ਵੀ ਆ, ਮੈਂ ਬੰਦਿਆਂ ਦੇ ਨਾਂ ਵੀ ਦੱਸ ਸਕਦਾ। ਉਹ ਤੁਸੀਂ ਚੈੱਕ ਵੀ ਕਰਵਾ ਲਓ। ਤੇ ਦੂਸਰਾ ਜਿਹੜਾ ਬੀਜ ਆ, ਉਹ ਬੀਜ ਇੰਨਾ ਨਕੰਮਾ, ਵਿੱਚੋਂ ਉਹਦੀਆਂ ਫੋਟੋਆਂ ਵੀ ਮੇਰੇ ਕੋਲ ਨੇ, ਕਾਲਾ ਬੀਜ ਆ। ਤੇ ਉਹ ਕਹਿੰਦੇ ਵੀ ਜਿਹੜਾ ਅਸੀਂ ਬੀਜ ਵੀ ਲਿਆ ਤਾਂ 30-35% ਉਹਦੀ ਜਰਮੀਨੇਸ਼ਨ ਹੋਈ ਆ। ਫਿਰ ਉਹਨਾਂ ਨੇ ਜਾ ਕੇ ਪ੍ਰਾਈਵੇਟ ਕੋ ਭੱਜੇ ਬੰਦੇ, ਉਹ ਯੂਨੀਵਰਸਿਟੀ ਤੋਂ, ਕ੍ਰਿਸ਼ੀ ਕੇਂਦਰਾਂ ਤੋਂ ਜਿਹੜਾ ਲੈਂਦੇ, ਕ੍ਰਿਸ਼ੀ ਕੇਂਦਰਾਂ ਤੋਂ ਲਿਆ। ਤੇ ਉਹ ਚੈੱਕ ਕਰਵਾ ਲਓ, ਬੰਦਿਆਂ ਕੋ ਪਈਆਂ ਨੇ ਵੀ ਅਜੇ ਵੀ। ਇਹ ਬੜਾ ਵੱਡਾ ਵੀ ਕਪਲਾ, ਸਰਕਾਰੀ ਚ ਕਹਿੰਦੇ ਆਪਾਂ, ਪ੍ਰਾਈਵੇਟ ਨੂੰ ਕਹਿੰਦੇ, ਸਰਕਾਰੀ ਚ ਵੀ ਨਿਕਲਿਆ। ਉਹਦੇ ਚ ਵੀ ਕਿਲੋ ਘਾਟਾ ਵੀ ਇਹ ਖਾ ਜਾਂਦੇ ਨੇ। ਪਰ ਅਸੀਂ ਪਹਿਲਾਂ ਵੀ ਗੱਲ ਕਰਦੇ ਆਂ ਲੱਖੋਵਾਲ ਸਾਹਿਬ ਕਿ ਅੰਨਦਾਤਾ ਏ, ਢਿੱਡ ਭਰਦਾ ਏ। ਗਰਮੀ ਦੇਖੋ, ਹੁਣ ਤੁਸੀਂ ਬਾਹਰ 43 ਡਿਗਰੀ ਟੈਂਪਰੇਚਰ ਹੋਇਆ ਪਿਆ, ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਧਣਾ। ਧੁੱਪ ਇੰਨੀ, ਜਦੋਂ ਸਾਰੇ ਏਸੀਆਂ ਦੇ ਵਿੱਚ ਬੈਠਦੇ ਹੋ ਉਦੋਂ ਕਿਸਾਨ ਖੇਤੀ ਕਰਦਾ, ਕਿਸਾਨ ਨਾਲ ਹੀ ਫਰਾਡ ਹੋਈ ਜਾਂਦਾ। ਸਾਰਾ ਕੁਝ ਪੈਦਾ ਤਾਂ ਇਹ ਕਰਦਾ। ਹੁਣ ਤੁਸੀਂ ਦੇਖੋ, ਜਿਹੜੀ ਚੀਜ਼ ਖਾਣ ਵਾਲੀ ਸੀ ਸਾਰਿਆਂ ਨੂੰ ਪਹਿਲਾਂ ਅਨਾਜ ਖਾਣ ਵਾਲਾ ਸੀ। ਕਣਕੇ ਅਸੀਂ ਵੰਡੀ ਆ, ਕਣਕੇ ਖਾਧੀ ਆ। ਹੁਣ ਰਾਸ਼ਨ ਦਾ ਸਭ ਤੋਂ ਵੱਧ ਰੌਲਾ ਪਿਆ। ਸਰਕਾਰ ਭੁੱਲ ਗਈ ਸੀ ਕਿਸਾਨਾਂ ਨੂੰ, ਬਸ ਇਹ ਤਾਂ ਰੱਖ ਲਿਆ ਸੀ ਵੀ ਦਾਣੇ ਪੈਦਾ ਕਰਨ ਵਾਲਾ। ਹੁਣ ਪਤਾ ਲੱਗਿਆ ਵੀ ਇਹ ਸਾਡੀਆਂ ਫਰਿੱਜਾਂ, ਟੀਵੀ ਇਹ ਕੰਮ ਨਹੀਂ ਆਉਣੇ। ਏਸੀਆਂ ਨੂੰ ਵੀ ਕਹਿੰਦਾ ਬੰਦ ਕਰ ਲਓ, ਕਰੋਨਾ ਹੋ ਜੂ। ਪਰ ਕਣਕ ਦੀ ਲੋੜ ਆ, ਝੋਨੇ ਦੀ ਲੋੜ ਆ, ਕਿਉਂਕਿ ਇਹਨਾਂ ਨੇ ਤਾਂ ਸਾਨੂੰ ਭੁਲਾ ਹੀ ਦਿੱਤਾ ਸੀਗਾ। ਕੋਈ ਰੇਟ ਨਾ ਦੇਣਾ, ਚੀਜ਼ਾਂ ਮਹਿੰਗੀਆਂ ਕਰ ਦੇਣੀਆਂ, ਡੁਪਲੀਕੇਟ ਚੀਜ਼ਾਂ ਦੇਣੀਆਂ, ਦਵਾਈਆਂ ਦੇਣੀਆਂ, ਤੇ ਉਹ ਸਾਰਾ ਕੁਝ ਇਹ ਮਾਰ ਸਾਡੇ ਤੇ ਪੈਂਦੀ ਸੀ। ਅਸੀਂ ਪਿਛਲੇ 2 ਸਾਲ ਪਹਿਲਾਂ ਵੀ ਕੋਰੋਜਨ ਦਵਾਈ ਡੇਲੋਂ ਫੜੀ ਸੀ। ਉਹ ਅਸੀਂ ਦੁਕਾਨ, ਹਾਂਜੀ, ਨਕਲੀ ਦਵਾਈ ਸੀਗੀ। ਅਸੀਂ ਬੜਾ ਜ਼ੋਰ ਲਾਇਆ ਇੱਥੇ ਆ ਕੇ ਵੀ ਇਹ ਤੇ ਪਰਚਾ ਕਰ ਲਓ, ਚੀਫ ਐਗਰੀਕਲਚਰ ਨੂੰ ਮਿਲੇ। ਫਿਰ ਅੱਕ ਕੇ ਸਾਨੂੰ ਮੁਜ਼ਾਹਰਾ ਕਰਨਾ ਪਿਆ। ਇੱਕ ਦਿਨ ਉਹਦੀ ਦੁਕਾਨ ਦੇ ਮੂਹਰੇ ਮੁਜ਼ਾਹਰਾ ਕੀਤਾ, ਫਿਰ ਅਸੀਂ ਚੀਫ ਐਗਰੀਕਲਚਰ ਦੇ ਦਫ਼ਤਰ ਮੂਹਰੇ ਮੁਜ਼ਾਹਰਾ ਕੀਤਾ। ਤੇ ਚੀਫ ਸਾਹਿਬ ਨੂੰ ਮਿਲੇ, ਉਹ ਕਹਿੰਦੇ ਨਹੀਂ ਜੀ, ਅਸੀਂ ਪਹਿਲਾਂ ਤਾਂ ਲੈਬ 'ਚ ਭੇਜਤੀ ਆ, ਲੈਬ 'ਚੋਂ ਫਿਰ ਸੈਂਪਲ ਆਉਣਗੇ, ਫਿਰ ਤੁਹਾਨੂੰ ਦਵਾਂਗੇ, ਫਿਰ ਇਹ FIR ਹੋਊ। ਫਿਰ ਅਸੀਂ ਪ੍ਰੈਸ਼ਰ ਪਾਇਆ, ਜਦ ਸੈਂਪਲ ਆਏ ਤਾਂ ਉਹਦੇ 'ਚ ਪਾਣੀ ਸੀ। 1600-1700 ਰੁਪਏ ਦੀ 1 ਏਕੜ 'ਚ ਪੈਂਦੀ ਆ ਕੋਰੋਜਨ ਗੰਨੇ ਦੇ ਵਿੱਚ। ਜਦੋਂ ਸੈਂਪਲ ਹੋਏ ਫੇਲ ਪਾਣੀ ਸੀ, ਫਿਰ ਉਹਦੇ FIR ਹੋਈ। ਅਸੀਂ ਕਿਹਾ ਦੁਕਾਨ ਤਾਂ ਬੰਦ ਕਰ ਦੋ, ਦੁਕਾਨ ਇੱਕ ਦਿਨ ਨਹੀਂ ਬੰਦ ਹੋਈ। ਮਤਲਬ ਕਾਰਵਾਈ ਦੇ ਨਾਂ ਤੇ ਤਾਂ ਫਿਰ ਕੋਈ ਕਾਰਵਾਈ ਕਾਦੀ ਹੋਈ? ਕੋਈ ਕਾਰਵਾਈ ਨਹੀਂ ਹੁੰਦੀ। ਉਹ ਵੀ ਦੁਕਾਨਾਂ ਚੱਲਦੀਆਂ ਨੇ। ਜਿਹੜੀ ਤੁਸੀਂ ਗੱਲ ਕਹੀ ਹੈ, ਬਹੁਤੀ ਵਾਰੀ ਹੁੰਦਾ ਕਿ ਲਾਇਸੈਂਸ ਕੈਨਸਲ ਕਰ ਦਿੱਤੇ ਜਾਂਦੇ ਨੇ। ਉਹ ਪਹਿਲਾਂ ਹੀ 3-3 ਲਾਇਸੈਂਸ ਹੁੰਦੇ ਨੇ। ਹਾਂ, ਇੱਕ ਤਾਂ ਇਹਨਾਂ ਨੂੰ ਜਿਹੜਾ ਖੇਤੀਬਾੜੀ ਮਹਿਕਮਾ, ਜੇ ਲਾਇਸੈਂਸ ਕੈਨਸਲ ਵੀ ਹੁੰਦਾ, ਜੇ ਦੂਜੀ ਜਗ੍ਹਾ ਚਲਾਉਣੀ ਆ, ਉਹ ਦੁਕਾਨ 'ਚ ਨਾ ਚਲਾਵੇ। ਜਿਵੇਂ ਹੁਣ ਇਹੀ ਦੁਕਾਨ ਦੇ ਵਿੱਚ ਚੱਲੀ ਜਾਂਦੀ ਆ, ਉਹ ਆਪਣੀ ਜਗ੍ਹਾ ਤਾਂ ਬਦਲ ਲਵੇ। ਜੇ ਲਾਇਸੈਂਸ ਹੋਰ ਤੇ ਚਲਾਉਣਾ, ਉੱਥੇ ਕਿਉਂ ਚਲਾਵੇ ਬੰਦਾ? ਜਦੋਂ ਟਿੱਚ ਜਾਣਦੇ ਨੇ ਫਿਰ। ਹਾਂ, ਸਾਰੀਆਂ ਖਾਦਾਂ ਦੇ ਵਿੱਚ, ਜਿਹੜੀਆਂ ਅਸੀਂ ਖਾਦਾਂ ਵੀ ਬੜੀ ਫੜੀਆਂ ਨੇ, ਖਾਦਾਂ 'ਚ ਕੀੜੇ ਮਾਰ ਦਵਾਈਆਂ ਤਾਂ ਹਰੇਕ ਸਾਲ ਫੜਦੇ ਆ, ਬੀਜ ਵੀ ਹਰੇਕ ਸਾਲ ਫੜੇ ਜਾਂਦੇ ਨੇ। ਜਦੋਂ ਹੁਣ ਬੀਜ ਪਹਿਲਾਂ ਮਿਆਰੀ ਨਹੀਂ ਮਿਲਿਆ, ਬੀਜ ਘਟੀਆ ਮਿਲ ਗਿਆ, ਬੀਜ PR 128 129 ਜਿਹੜਾ ਰਿਕਮੈਂਡ ਕੀਤਾ ਹੈਗਾ ਕਿ ਨਹੀਂ ਹੈਗਾ, ਫਿਰ ਖਾਦਾਂ ਜਾਲੀ, ਕੀਟਨਾਸ਼ਕ ਦਵਾਈਆਂ ਜਾਲੀ, ਫਿਰ ਕਿਸਾਨ ਕਹਿੰਦੇ ਕਿ ਕਿਸਾਨ ਕਰਜ਼ੇ 'ਚ ਕਿਵੇਂ ਫਸ ਜਾਂਦਾ ਜਦੋਂ ਫਸਲ ਨਹੀਂ ਪੂਰੀ ਪ੍ਰੋਪਰ ਹੋਣੀ ਹੈਗੀ। ਹਾਂ, ਦੂਜੀ ਗੱਲ ਹੁਣ ਇਹ ਵੀ ਸੀ ਵੀ ਸਿੱਧੀ ਬਿਜਾਈ ਵੱਲ ਬੜੇ ਲੱਗੇ ਸੀ। ਮੈਂ ਆਪ ਬੀਜੀ ਆ ਸਿੱਧੀ ਬਿਜਾਈ, ਤੇ ਐਡੀ ਪਤਾ ਨਹੀਂ ਸਰਕਾਰ ਨੂੰ ਨਹੀਂ ਸਾਡੀ ਸਮਝ ਆਉਂਦੀ ਜਾਂ ਸਾਨੂੰ ਨਹੀਂ ਸਮਝ ਆਉਂਦੀ। ਅਜੇ ਵੀ 4 ਘੰਟੇ ਬਿਜਲੀ ਆਉਂਦੀ ਆ, ਅਜੇ ਵੀ। ਮੈਂ ਅੱਜ ਹੀ ਪੁੱਛ ਕੇ ਆਇਆ ਬਿਜਲੀ ਘਰ ਤੋਂ, ਉਹ ਸਾਡੇ ਜਿਹੜੇ ਗਰੁੱਪ ਆ 8 ਵਜੇ ਤੋਂ 12 ਵਜੇ ਤੱਕ ਬਿਜਲੀ, ਸ਼ਾਮ ਨੂੰ ਜੀ, ਰਾਤ ਨੂੰ 1 ਵਜੇ ਤੋਂ 4 ਵਜੇ ਤੱਕ, 1 ਵਜੇ ਤੋਂ 4 ਵਜੇ ਤੱਕ ਕੌਣ ਚਲਾਉਣ ਜਾਊ ਮੋਟਰ? ਅਸੀਂ ਬੜਾ ਜ਼ੋਰ ਲਾਇਆ ਵੀ ਸਿੱਧੀ ਬਿਜਾਈ ਕਾਫੀ ਹੋ ਰਹੀ ਆ, ਬੜੀਆਂ ਮਸ਼ੀਨਾਂ ਅਸੀਂ ਲੈ ਲੀਆਂ ਜਾਂ ਸੋਧ ਕਰ ਲਈ ਆ, ਵੀ ਤੁਸੀਂ ਸਾਨੂੰ ਬਿਜਲੀ ਉਹ ਦੇ ਦਿਓ। ਬਿਜਲੀ ਇਹਨਾਂ ਕੋਲ ਸਰਪਲਸ ਆ, ਇਦੋਂ ਵੱਡੀ ਨਲੇਕੀ ਕੀ ਆ? ਕੌਣ ਕੋਈ ਪੁੱਛਦਾ ਹੀ ਨਹੀਂ। ਕਹਿੰਦੇ ਨਿਰਵਿਘਨ ਬਿਜਲੀ ਸਪਲਾਈ ਮਿਲਣੀ ਹੈ, ਮਿਲਦੀ ਹੈ ਨਹੀਂ ਮਿਲਦੀ। ਕੋਈ ਬੰਦਾ ਕਹਿ ਦੇਵੇ ਬਾਹਾਂ ਕੱਢ ਕੇ 4 ਘੰਟੇ ਸਾਨੂੰ ਬਿਜਲੀ ਆਉਂਦੀ ਆ, ਕਈ ਜਗ੍ਹਾ ਤੇ 8 ਘੰਟੇ ਆਉਂਦੀ ਆ, ਇੱਕ ਦਿਨ ਛੱਡ ਕੇ। ਉਹ ਦੂਜੇ ਦਿਨ ਆਉਂਦੀ, ਇੱਕ ਦਿਨ ਛੱਡ ਕੇ 8 ਘੰਟੇ ਆਉਂਦੀ ਆ। ਅਸੀਂ ਸਿੱਧੀ ਬਿਜਾਈ ਕਰਨ ਨੂੰ ਵੀ ਤਿਆਰ ਆ, ਕਿਉਂਕਿ ਲੇਬਰ ਮਿਲ ਨਹੀਂ ਰਹੀ। 6-6000 ਰੁਪਏ ਨੂੰ ਲੇਬਰ ਹੋ ਗਈ ਆ। ਉਹਦੇ ਕਰਕੇ ਅਸੀਂ ਇਹ ਵੀ ਸਰਕਾਰ ਨੂੰ ਕਿਹਾ ਵੀ ਸਾਨੂੰ ਹੱਥ ਜੋੜ ਕੇ ਬੇਨਤੀ ਆ ਵੀ ਸਾਨੂੰ ਬਿਜਲੀ 8 ਘੰਟੇ ਦੇ ਦਿਓ। ਅਸੀਂ ਚਲੋ 10 ਮੰਗਦੇ ਆ, 8 ਦੇ ਦੇਣ, ਪਰ ਸਰਕਾਰ ਸਾਨੂੰ ਉਹ ਵੀ ਨਹੀਂ ਦੇ ਰਹੀ। ਤੇ ਜਿਹੜਾ ਇਦੋਂ ਵੱਡਾ ਸਕੈਂਡਲ ਹੋਰ ਕੀ ਸਕਦਾ? ਇਹ ਤਾਂ ਇਹਨਾਂ ਨੂੰ ਸਿੱਧੇ ਅਫਸਰਾਂ ਨੂੰ, ਜਿਹੜੇ ਹੈਗੇ ਨੇ ਵੱਡੇ ਅਫਸਰ ਆ, 2-4 ਅਫਸਰ ਟੰਗੇ ਹੁੰਦੇ, ਕੋਈ ਬਦਲੀ ਨਹੀਂ ਹੋਈ, ਕਿਸੇ ਤੇ ਐਕਸ਼ਨ ਨਹੀਂ ਲਿਆ ਗਿਆ। ਨਹੀਂ, ਇਹ ਫੇਲਿਅਰ ਹੈ ਕਿਹਦਾ? ਹੁਣ ਤੁਸੀਂ ਦੇਖੋ ਕਿ ਪਹਿਲੀ ਗੱਲ ਤਾਂ ਯੂਨੀਵਰਸਿਟੀ ਤੋਂ ਬੀਜ ਬਾਹਰ ਕਿਵੇਂ ਆ ਗਿਆ? ਯੂਨੀਵਰਸਿਟੀ ਵੀ ਕਟਹਿਰੇ ਦੇ ਵਿੱਚ ਹੈ। ਫਿਰ ਪ੍ਰਾਈਵੇਟ ਵੇਚਦੇ ਕਿਵੇਂ ਨੇ, ਉਹ ਵੀ ਗੱਲ ਹੈਗੀ ਆ। ਫਿਰ ਐਡਵਰਟਾਈਜ਼ਮੈਂਟ ਵੀ ਦਿੰਦੇ ਨੇ, ਥੈਲੇ ਤੱਕ ਛਪੇ ਹੋਏ ਨੇ। ਇੱਕ ਫਰਮ ਨਹੀਂ, 10-10 ਫਰਮ ਹੈ। ਉਹ ਬੀਜ ਲਿਆਂਦਾ ਕਿੱਥੋਂ, ਇਹ ਤਾਂ ਪਤਾ ਲੱਗੇ ਨਾ। ਇਹ ਤਾਂ ਇਹਨਾਂ ਨੂੰ ਕੋਈ ਸੈੱਟ ਬਣਾਉਣੀ ਚਾਹੀਦੀ ਸੀ, ਉੱਪਰਲੇ ਲੈਵਲ ਤੇ ਬਣਾਉਣੀ ਚਾਹੀਦੀ ਸੀਗੀ, ਗਵਰਨਮੈਂਟ ਨੂੰ ਬਣਾਉਣੀ ਚਾਹੀਦੀ ਸੀ ਇੱਕ। ਤੇ ਉਹ ਬਣਾ ਕੇ ਇਹਨਾਂ ਦੀ ਸਾਰੇ ਪੰਜਾਬ ਦੇ ਵਿੱਚ ਛਾਪੇਮਾਰੀ ਹੁੰਦੀ, ਸਾਰੀਆਂ ਦੁਕਾਨਾਂ ਤੋਂ ਫੜਿਆ ਜਾਂਦਾ, ਉਹਨਾਂ ਦੀਆਂ ਬਿੱਲ ਬੁੱਕਾਂ ਚੱਕੀਆਂ ਜਾਂਦੀਆਂ, ਕਿਹਨੇ ਕਿੰਨੇ ਹਜ਼ਾਰ ਕੁਆਂਟਲ ਵੇਚਿਆ। ਉਦੋਂ ਬਾਅਦ ਉਹਦੇ ਤੇ ਵੱਡੀ ਕਾਰਵਾਈ ਹੁੰਦੀ।
ਪਰ ਕਾਰਵਾਈ ਕੋਈ ਸਾਨੂੰ ਤਾਂ ਲੱਗਦੀ ਨਹੀਂ ਹੋਊਗੀ। ਐਵੇਂ ਹੀ ਇਹਨਾਂ ਨੇ ਸਮਾਂ ਟਪਾ ਦੇਣਾ, ਜਦ ਨੂੰ ਇੱਕ ਅੱਧਾ ਇਸ਼ੂ ਕੋਈ 2-4 ਦਿਨ ਨੂੰ ਕੋਈ ਹੋਰ ਚੱਲ ਜਾਊਗਾ, ਲੋਕ ਉਹਨੂੰ ਭੁੱਲ ਜਾਣਗੇ। ਪਰ ਜਿਹੜਾ ਇਹ ਕਿਸਾਨਾਂ ਵਾਲਾ ਭੁੱਲਣ ਵਾਲਾ ਨਹੀਂ, ਸ਼ਰਾਬ ਤਾਂ ਹੈ ਨਹੀਂ ਵੀ ਪੀ ਕੇ ਇੱਕ ਵਾਰੀ ਮਾੜੀ ਪੀ ਲਈ ਕਿ ਚੰਗੀ ਪੀ ਲਈ। ਇਹ ਤਾਂ ਝੋਨਾ, ਇਹਦਾ 15 ਦਿਨਾਂ ਨੂੰ, ਇਹਦਾ 15 ਦਿਨਾਂ ਨੂੰ ਅਸੀਂ ਪਨੀਰੀ ਲਾਉਣੀ ਆ, ਉਦੋਂ ਬਾਅਦ ਇਹ ਝੋਨਾ ਪੈਦਾ ਹੋਣਾ। ਜਿੱਥੇ ਅਸੀਂ ਕਿਸਾਨ ਹਿਸਾਬ ਕਿਤਾਬ ਲੈ ਲੈਂਦਾ, ਮੇਰਾ 30 ਕੁਇੰਟਲ ਝੋਨਾ ਹੋਣਾ, ਮੇਰਾ 60,000 ਦਾ ਝੋਨਾ ਹੋ ਗਿਆ, ਮੇਰਾ 50,000 ਦਾ ਝੋਨਾ ਹੋ ਗਿਆ। ਜਿੱਥੇ ਕਿਤੇ ਜੇ ਹੋਇਆ 20,000 ਦਾ, ਉਹਨੇ 20-25-30,000 ਤਾਂ ਠੇਕਾ ਦੇਣਾ, 30,000 ਤਾਂ ਕਿਸਾਨ ਮਾਰਿਆ ਗਿਆ, ਫਿਰ ਖੁਦਕੁਸ਼ੀਆਂ ਹੀ ਕਰੂ ਕਿਸਾਨ, ਹੋਰ ਕੀ ਕਰੂਗਾ। ਇਹ ਖੇਤੀਬਾੜੀ ਮਹਿਕਮਾ ਇਸ ਵਾਰ ਕੈਪਟਨ ਸਾਹਿਬ ਕੋਲ ਹੈ, ਉਹਨਾਂ ਨੂੰ ਚਾਹੀਦਾ ਕਿ ਜਾਂਚ ਉੱਚ ਪੱਧਰੀ ਹੋਵੇ ਇਸ ਮਾਮਲੇ ਦੀ, ਦੁੱਧ ਦਾ ਦੁੱਧ ਪਾਣੀ ਦਾ ਹੋਵੇ। ਹਾਂ, ਕੈਪਟਨ ਸਾਹਿਬ ਨੇ ਕੋਈ ਬਿਆਨ ਹੀ ਨਹੀਂ ਦਿੱਤਾ, ਇਹ ਤੇ ਬਿਆਨ ਵੀ ਨਹੀਂ ਦਿੱਤਾ। ਵੱਡੀ ਗੱਲ ਤਾਂ ਇਹ, ਕੋਈ ਸਖਤ ਬਿਆਨ ਤਾਂ ਆਵੇ। ਇੱਕ ਵਾਰ ਇਹ ਤਾਂ ਸੀਐਮ ਦਬਕਾ ਮਾਰਦਾ, ਜਿਹਦੇ ਇਹ ਕਸੂਰ ਆ ਮੈਂ ਉਹਨੂੰ ਟੰਗ ਦੂੰ, ਮੈਂ ਉਹਨੂੰ ਫਾਹੇ ਲਾ ਦੂੰ। ਇਹ ਗੱਲਾਂ ਤਾਂ ਆਮ ਹੁੰਦੀਆਂ ਵਜ਼ੀਰ ਕਹਿੰਦੇ ਨੇ, ਪਰ ਉਹ ਪਤਾ ਨਹੀਂ ਕੀ ਚੁੱਪ ਕਰੇ ਆ, ਕਿਉਂ ਦੇਖੀ ਕੀ ਜਾਂਦੇ ਨੇ, ਕਿਉਂ ਸਾਡਾ ਨੁਕਸਾਨ ਕਰਾਉਣ ਲੱਗੇ ਹੋਏ ਨੇ। ਅੱਗੇ ਸਾਡਾ ਵੱਡਾ ਨੁਕਸਾਨ ਕਰਾਤਾ, ਕਰਜ਼ਾ ਮਾਫੀ ਦਾ ਵੱਡਾ ਸ਼ੋਸ਼ਾ ਛੱਡਤਾ, ਅਸੀਂ ਮਾਰੇ ਗਏ, ਕਰਜ਼ਾ ਦੇਣੋਂ ਹਟ ਗਏ, ਸਾਡੇ ਤੇ ਵਿਆਜ ਪੈ ਗਏ। ਜੀ ਜੀ, ਜਦੋਂ ਕਿਤੇ ਇਹੋ ਜਿਹੀ ਗੱਲ ਹੁੰਦੀ ਹੈ ਤਾਂ ਬਹੁਤੀ ਵਾਰੀ ਤਾਂ ਇੱਕ ਤਾਂ ਇਹ ਕਹਿ ਦਿੱਤਾ ਜਾਂਦਾ ਜੀ ਇਹ ਪ੍ਰੋ ਅਕਾਲੀ ਯੂਨੀਅਨਾਂ ਨੇ, ਇੱਕ ਇਹ ਕਹਿ ਦਿੱਤਾ ਜਾਂਦਾ, ਦੂਜਾ ਇਹ ਕਹਿ ਦਿੱਤਾ ਜਾਂਦਾ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹ ਬਿਨਾਂ ਵਜ੍ਹਾ ਰਾਜਨੀਤੀ ਕਰ ਰਹੀਆਂ ਨੇ। ਬਹੁਤੀ ਵਾਰੀ ਹੁੰਦਾ ਇਹੀ ਹੈ। ਨਹੀਂ, ਇਕੱਲੀ ਇੱਕ ਯੂਨੀਅਨ ਨਹੀਂ ਅਸੀਂ ਹੋ ਸਕਦੇ ਹਾਂ ਅਕਾਲੀ, ਕੋਈ ਇੱਕ ਯੂਨੀਅਨ ਹੋਰ ਹੋ ਸਕਦੀ ਹੈ। 15-17 ਯੂਨੀਅਨ ਸਾਰੇ ਹੀ ਇਹ ਮੰਗ ਕਰਦੀਆਂ ਨੇ। ਫਿਰ ਅਸੀਂ ਇਕੱਲੀ ਲੜਾਈ ਅਕਾਲੀ ਕਾਂਗਰਸੀ ਨਾਲ ਨਹੀਂ ਲੜਦੇ ਜੀ, ਅਸੀਂ ਲੜਾਈ ਸੈਂਟਰ ਨਾਲ ਵੀ ਲੜਦੇ ਹਾਂ। ਅਸੀਂ 19 ਨੂੰ ਪਾਸਵਾਨ ਸਾਹਿਬ ਜੀ ਨੂੰ ਵੀ ਮਿਲ ਕੇ ਆਏ ਆ, ਜਿਹੜੀ ਇਹ ਖਰੀਦ ਗਲਤ ਲੱਗੇ ਸੀ ਕਰਨ, ਜਿਹੜਾ ਮੰਡੀਕਰਨ ਦਾ ਢਾਂਚਾ ਤੋੜਨ ਲੱਗੇ ਹੋਏ ਆ। ਇਹ ਤਾਂ ਐਤਕੀ ਕਰੋਨਾ ਆ ਗਿਆ, ਨਹੀਂ ਤਾਂ ਇਹਨਾਂ ਨੇ ਸਿੱਧੀ ਪੇਮੈਂਟ ਹੋ ਗਈ ਸੀਗੀ, ਆ ਮੰਡੀਆਂ ਸਾਡੀਆਂ ਤੋੜਨ ਲੱਗੇ ਹੋਏ ਨੇ। ਇਹ ਤਾਂ ਇਹੀ ਲੱਗਦਾ ਵੀ ਜਿਹੜਾ ਅਨਾਜ ਹੈ ਇਹਨਾਂ ਨੇ ਪ੍ਰਾਈਵੇਟ ਹੱਥਾਂ 'ਚ ਸਾਡੀਆਂ ਜਿਹੜੀਆਂ ਮੰਡੀਆਂ ਨੇ ਉਹ ਦੇ ਦੇਣੀਆਂ ਨੇ। ਜਿਵੇਂ ਹੁਣ ਯੂਪੀ ਜਾਂ ਬਿਹਾਰ ਦੇ ਵਿੱਚ ਰੁਲਦਾ ਅਨਾਜ, ਇਵੇਂ 1000-1200 ਰੁਪਈਆ ਰਾਜਸਥਾਨ 'ਚ ਵੀ ਰੁਲਿਆ ਐਤਕੀ ਕਣਕ। ਐਕਟ 'ਚ ਤਬਦੀਲੀ ਹੋ ਰਹੀ ਹੈ ਕੋਈ ਲਖੋਵਾਲ ਸਾਹਿਬ? ਐਕਟ 'ਚ ਤਬਦੀਲੀ ਹੋ ਗਈ, ਉਹਦੇ 'ਚ ਇਹ ਕਹਿਤਾ ਵੀ ਪ੍ਰਾਈਵੇਟ ਪਲੇਅਰ ਨੂੰ ਦੇ ਦਿਓ, ਕਿਉਂਕਿ ਇਹਨਾਂ ਨੂੰ ਲੱਗਦਾ 3% ਜਿਹੜੀ ਆਰਡੀਐਫ, 3% ਮਾਰਕੀਟ ਫੀਸ, 2.5% ਆੜਤ, 8.5% ਸਾਨੂੰ ਦੇਣਾ ਪੈਂਦਾ, ਸਰਕਾਰ ਕਹਿੰਦੀ ਆ। ਇਹਨਾਂ ਨੇ ਪ੍ਰਾਈਵੇਟ ਬੰਦਿਆਂ ਨਾਲ ਗੱਲ ਕਰ ਲਈ, ਵੱਡੀਆਂ ਅਡਾਨੀ ਵੱਡੀਆਂ ਕੰਪਨੀਆਂ ਨਾਲ, ਵੀ ਉਹ ਕਹਿੰਦੇ 1-1.5% ਤੇ ਅਸੀਂ ਕੰਮ ਕਰ ਦਾਂਗੇ। ਇਹ ਫਿਰ ਜਿਹੜੇ ਇੰਨੇ ਕਮਿਸ਼ਨ ਏਜੰਟ ਨੇ, ਉਹਨਾਂ ਦੇ ਨਾਲ ਮਨੀਮ ਜੁੜੇ ਹੋਏ ਨੇ, ਉਹਨਾਂ ਨਾਲ ਪੱਲੇਦਾਰ ਨੇ, ਉਹਨਾਂ ਨਾਲ ਯੂਨੀਅਨ ਹੋਰ ਬਹੁਤ ਕੁਝ ਜੁੜਿਆ ਹੁੰਦਾ, ਉਹ ਬੇਰੁਜ਼ਗਾਰ ਹੋ ਜਾਣਗੇ। ਉਹ ਸਾਰੇ ਖਤਮ ਹੋ ਜਾਣਗੇ, ਵੱਡੇ ਸੈਲੋ ਬਣ ਜਾਣਗੇ। ਜੋ ਇਹਨਾਂ ਦਾ ਸਿਸਟਮ ਆ ਜਿਵੇਂ ਮੋਗੇ ਬਣਿਆ ਹੋਇਆ, ਇਸ ਤਰ੍ਹਾਂ ਹਰੇਕ ਜ਼ਿਲ੍ਹੇ ਦੇ ਵਿੱਚ 2-2 1-1 ਵੱਡੇ ਬਣ ਜਾਣਗੇ, ਸਿੱਧੀਆਂ ਟਰਾਲੀਆਂ ਆ ਜਾਣਗੀਆਂ ਤੇ ਸਿੱਧੀ ਉੱਥੇ ਲੁੱਟ ਹੋਊ। ਜਿੰਨੀ ਕੁ ਲੋੜ ਆ ਉਹਨਾਂ ਨੂੰ ਖਰੀਦ ਲਿਆ ਕਰਨਗੀਆਂ, ਨਹੀਂ ਉਹ ਕਹਿ ਦਿਆ ਕਰਨਗੇ ਤੇਰਾ ਦਾਣਾ ਮਾਜੂ ਆ, ਮਤਲਬ ਤੇਰਾ ਦਾਣਾ ਖਰਾਬ ਆ, ਤੇਰੀ ਕੁਆਲਿਟੀ ਨਹੀਂ, ਤੇ ਉਹ ਸਾਡੇ ਤੋਂ ਲੁੱਟ ਲਿਆ ਕਰਨਗੇ। ਬਿਹਾਰ ਯੂਪੀ 'ਚ ਚਲੇ ਜਾਓ, ਰਾਜਸਥਾਨ ਚਲੇ ਜਾਓ, ਉੱਥੇ ਇਦੋਂ ਘੱਟ ਵਿਕਦੇ ਐਮਐਸਪੀ ਤੋਂ। ਹੁਣ ਤਾਂ ਇੱਥੇ ਸੈਟਅਪ ਹੈ ਨਾ ਆਪਣੇ ਕੋਲ ਮੰਡੀਆਂ ਦਾ, ਫਿਰ ਉਹ ਮੰਡੀਆਂ ਪ੍ਰਾਈਵੇਟ ਵਾਲੇ ਬਣਾਉਣਗੇ ਆਪਣੇ, ਕੀ ਕੁਝ ਹੋਏਗਾ? ਨਹੀਂ, ਇਹ ਕਿਰਾਏ ਤੇ ਲੈ ਲੈਣਗੇ, ਮੰਡੀਆਂ ਕੀ ਬਣਾਉਣੀਆਂ ਨੇ, ਕਿਰਾਏ ਤੇ ਲੈ ਲੈਣਗੇ। ਜਿਵੇਂ ਐਮਐਸਪੀ ਦਾ ਅਸੀਂ ਦਿੱਲੀ ਵੀ ਧਰਨਾ ਮਾਰਿਆ ਸੀ, ਸਾਡੇ ਨਾਲ ਸਹਿਮਤ ਹੋਈ ਸੀ ਇਹੀ ਸਰਕਾਰ, ਵੀ ਜਿਵੇਂ 26-28 ਚੀਜ਼ਾਂ ਤੇ ਐਮਐਸਪੀ ਆ, ਅਸੀਂ ਕਿਹਾ ਵੀ ਇਹ ਇਨਸ਼ੋਰ ਕਰੋ, ਪੱਕਾ ਕਰੋ ਉਹਨੂੰ, ਵੀ ਉਹ ਚੀਜ਼ ਉਹਨੂੰ ਘੱਟ ਖਰੀਦੀ ਨਾ ਜਾਵੇ। ਹੁਣ ਐਮਐਸਪੀ ਤਾਂ ਮੂੰਗੀ ਤੇ ਵੀ ਹੈਗੀ ਆ, ਮੱਕੀ ਤੇ ਵੀ ਹੈਗੀ ਆ, ਉਹ 5500 ਵਾਲੀ 3500 ਵਿਕਦੀ ਆ। ਨਹੀਂ, ਪ੍ਰਾਈਵੇਟ ਵਾਲੇ ਫਿਰ ਐਮਐਸਪੀ ਤੇ ਖਰੀਦਦੇ ਨਹੀਂ ਹੈਗੇ? ਨਹੀਂ ਖਰੀਦਦੇ, ਉਹਨਾਂ ਨੂੰ ਕੀ ਲੋੜ ਹੈ ਐਮਐਸਪੀ ਤੇ ਖਰੀਦਣ ਦੀ। ਹੁਣ ਕਣਕ ਤੇ ਵੀ ਐਮਐਸਪੀ ਚੱਕ ਦੋ ਤੇ ਜਾਂ ਸਰਕਾਰ ਨਾਲ ਵਿੱਚ ਐਂਟਰ ਕਰੇ ਖਰੀਦਣ ਦੇ, ਤਾਂ ਫਿਰ ਉਹ ਸਾਡੀ ਜਿਹੜੀਆਂ ਸਿਫਾਰਿਸ਼ਾਂ ਨੇ, ਜਿਹੜੀਆਂ ਮੁੱਲ ਨਿਕਲਦਾ ਹਰ ਵਾਰੀ ਰੇਟ ਫਿਕਸ ਹੁੰਦੇ ਨੇ, ਉਹ ਕਿੱਥੇ ਜਾਣਗੇ? ਫਿਰ ਰੇਟ ਫਿਕਸ ਨਹੀਂ ਹੋਣੇ ਜੀ, ਉਹ ਤਾਂ ਫਿਰ ਇਸ ਤਰ੍ਹਾਂ ਹੀ ਹੋ ਜਾਊਗਾ, ਪ੍ਰਾਈਵੇਟ ਲੁੱਟ ਕਰੂਗਾ, ਲੁੱਟ ਕਰਕੇ ਕਿਸਾਨੀ ਨੂੰ ਇਹਨਾਂ ਨੇ ਮਾਰਨਾ ਇੱਕ ਵਾਰੀ। ਉਹ ਵੱਡੀਆਂ ਜਿਹੜੀਆਂ ਨੇ ਵੱਡੀਆਂ ਫਰਮਾਂ ਆ ਜਾਣਗੀਆਂ, 20-20,000 10-10,000, ਇਸ ਤਰ੍ਹਾਂ ਇਹਨਾਂ ਨੇ ਜ਼ਮੀਨ ਦੇਣੀ ਆ, ਸਾਡੀ ਲੈਣੀ ਆ, ਤੇ ਸਾਨੂੰ ਜਿਹੜੇ ਮਜ਼ਦੂਰ ਬਣਾਉਣਾ, ਸਾਨੂੰ ਖਤਮ ਕਿਸਾਨਾਂ ਨੂੰ ਕਰਨਾ, ਇਹ ਸਰਕਾਰ ਤੋਂ ਲਈ ਹੋਈ ਆ। ਇਹ ਜਿਹੜਾ ਪ੍ਰਾਈਵੇਟ ਪਲੇਅਰਸ ਅਡਾਨੀ ਅੰਬਾਨੀਆਂ ਦੀ ਗੱਲ ਹੋ ਰਹੀ ਹੈ, ਜੋ ਸਾਡੇ ਸਾਹਮਣੇ ਵੀ ਇਹ ਗੱਲ ਆ ਰਹੀ ਸੀ ਕਿ ਬਹੁਤ ਸਾਰੇ ਖੇਤੀ ਮਾਹਰਾਂ ਨੇ ਦੱਸਿਆ ਕਿ ਸਰਕਾਰਾਂ, ਜਿਵੇਂ ਤੁਸੀਂ ਕਹਿੰਦੇ ਹੋ ਕਿ ਜਿਹੜਾ 8.5% ਉਹਨੂੰ ਲੱਗਦਾ ਕਿ ਦੇਣਾ ਪੈਂਦਾ, ਉਹ ਤੋਂ ਬਚਣਾ ਚਾਹੁੰਦੀ ਹੈ ਤੇ ਉਹ 1.5-2% ਤੇ ਕੰਮ ਕਰਨ ਨੂੰ ਤਿਆਰ ਨੇ। ਪਰ ਉਹਦੇ ਨਾਲ ਨੁਕਸਾਨ ਕੀ ਹੈ? ਫਿਰ ਕਿਸਾਨ ਤੋਂ ਤਾਂ ਵੱਡੇ ਫਾਰਮ ਚਾਹੁੰਦੇ ਨੇ, ਉਹ ਤਾਂ ਕਿ ਸਾਨੂੰ ਹੈਕਟੇਅਰਾਂ ਦੇ ਵਿੱਚ 5000 ਹੈਕਟੇਅਰ ਐਡੇ ਵੱਡੇ ਲੈਵਲ ਤੇ ਖੇਤੀ ਕਰਨਾ ਚਾਹੁੰਦੇ ਨੇ ਉਹ ਤਾਂ। ਫਿਰ ਹਾਂਜੀ, ਉਹ ਇਸ ਤਰ੍ਹਾਂ ਹੀ ਆ ਵੀ ਜ਼ਮੀਨ, ਜਿਵੇਂ ਹੁਣ ਅਸੀਂ ਲੋਨ ਲਏ ਹੋਏ ਆ, ਕੋਈ ਵੀ ਕਿਸਾਨ ਲਾ ਲਓ ਜਿਹਦੇ ਕੋਲ 5-7 ਏਕੜ ਵੀ, ਉਹਨੇ 20-25 ਲੱਖ ਦੀ ਲਿਮਟ ਬਣਾਈ ਹੋਈ ਆ। ਕਿਸੇ ਨੇ ਮੁੰਡਾ ਬਾਹਰ ਭੇਜਤਾ, ਸਾਰੀ ਅਸੀਂ ਯੰਗ ਜਨਰੇਸ਼ਨ ਬਾਹਰ ਭੇਜਤੀ, ਪੈਸੇ ਕਰਜ਼ਿਆਂ ਤੇ ਚੱਕ ਕੇ ਭੇਜਤੇ, ਕਿਉਂਕਿ ਸਿਸਟਮ ਮਾੜਾ ਸੀ, ਸਾਡੇ ਜਵਾਕ ਇੱਥੇ ਰਹਿਣਾ ਨਹੀਂ ਚਾਹੁੰਦੇ। ਅਸੀਂ ਜਿਹਨੇ 25-30 ਲੱਖ ਰੁਪਈਆ ਲੋਨ ਲੈ ਲਿਆ, ਉਹਨੂੰ 25-30 ਹਜ਼ਾਰ ਰੁਪਈਆ ਮਹੀਨੇ ਦਾ ਵਿਆਜ ਆਉਣ ਲੱਗ ਗਿਆ, ਤੇ 5 ਕਿੱਲਿਆਂ ਚੋਂ ਆਮਦਨ ਕਿੰਨੀ ਕੱਢੂਗਾ ਉਹ, ਤੇ ਵਿਆਜ ਕਿੰਨਾ, ਵਿਆਜ ਵੀ ਨਹੀਂ ਮੁੜਨਾ। ਉਹ ਹੁਣ ਸਾਡੇ ਤੋਂ ਲਿਮਟਾਂ ਵੀ ਨਹੀਂ ਮੁੜ ਰਹੀਆਂ, ਕਿਉਂਕਿ ਆੜਤੀਆਂ ਨੂੰ ਵੀ ਪਤਾ ਲੱਗ ਗਿਆ ਵੀ ਗਾਂ ਨੂੰ ਜਿਹੜੀ ਆ ਪੇਮੈਂਟ ਕਿਸਾਨਾਂ ਦੇ ਸਿੱਧੇ ਖਾਤਿਆਂ 'ਚ ਚਲੇ ਜਾਣੀ, ਆੜਤੀਆਂ ਵੀ ਸਾਨੂੰ ਪੈਸੇ ਦੇਣੋਂ ਹਟ ਗਏ, ਹੱਥ ਘੁੱਟ ਲਿਆ ਉਹਨਾਂ ਨੇ ਵੀ ਪੈਸੇ ਦੇਣੋਂ ਹਟ ਗਏ। ਤੇ ਉਹਦੇ ਕਰਕੇ ਜਦ ਸਾਡੇ ਤੋਂ ਲਿਮਟਾਂ ਮੁੜਨ
ਦੀਆਂ ਨਹੀਂ ਤਾਂ ਜਿਹੜੀਆਂ ਬੈਂਕਾਂ ਨੇ, ਐਕਸਿਸ ਬੈਂਕ ਹੋ ਗਈ, HDFC, ਇਹ ਘਰਾਣੇ ਹੀ ਨੇ, ਇਹ ਵੱਡੇ ਘਰਾਣੇ, ਇਹਨਾਂ ਨੇ ਬੈਂਕਾਂ ਸਾਡੀਆਂ ਜ਼ਮੀਨਾਂ ਚਲੇ ਜਾਣੀਆਂ। ਅੱਗੇ ਸਾਡੀ ਜ਼ਮੀਨ ਦਾ ਰੇਟ 35, 40, 50 ਲੱਖ ਵੀ ਸੀ। ਅੱਜ ਤੁਸੀਂ ਪਿੰਡਾਂ 'ਚ 10, 12, 15 ਲੱਖ ਨੂੰ ਵੀ ਜ਼ਮੀਨ ਮਿਲ ਜਾਂਦੀ ਆ। ਹਰੇਕ ਬੰਦਾ ਵੇਚਣ ਨੂੰ ਤਿਆਰ ਆ, ਖਰੀਦਣ ਵਾਲਾ ਕੋਈ ਹੈ ਨਹੀਂ। ਇਹ ਬੈਂਕਾਂ ਕੋ ਸਾਡੀਆਂ 10-10 ਲੱਖ ਨੂੰ ਗਿਰਵੀ ਰੱਖੀਆਂ ਹੋਈਆਂ ਨੇ ਜ਼ਮੀਨਾਂ। ਜਦ 2-2, 3-3 ਲੱਖ, 4 ਲੱਖ ਤੇ ਵਿਆਜ ਬਣ ਗਿਆ, ਉਹ ਜ਼ਮੀਨਾਂ ਆਪੇ ਇਹਨਾਂ ਕੋ ਚਲੇ ਜਾਣੀਆਂ ਨੇ। ਜਿਹੜੀਆਂ ਪਾਲਿਸੀਜ਼ ਨੇ ਤੁਹਾਨੂੰ ਲੱਗਦਾ ਕਿ ਇਹ ਅਗੇਂਸਟ ਕਿਸਾਨ ਨੇ ਜ਼ਿਆਦਾਤਰ? ਹਾਂਜੀ, ਇਹ ਕਿਸਾਨ ਨੂੰ ਮਾਰਨ ਲਈ, ਕਿਉਂਕਿ ਇਹਨਾਂ ਨੂੰ ਲੱਗਦਾ ਵੀ ਸਰਪਲਸ ਅਨਾਜ ਆ, ਇਹਨਾਂ ਨੂੰ ਕੋਈ ਬਦਲ ਹੈ ਨਹੀਂ। ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ 60-70% ਜਿਹੜਾ ਅਸੀਂ ਬੰਦਾ ਜੇ ਬੇਰੁਜ਼ਗਾਰ ਹੋ ਗਿਆ, ਕਿੱਥੇ ਸੰਭੋਗੇ? ਅਸੀਂ ਉਹ ਰੁਜ਼ਗਾਰ ਦਿੱਤਾ ਹੋਇਆ, ਕਿੰਨੇ ਬੰਦਿਆਂ ਨੂੰ ਦਿੱਤਾ ਹੋਇਆ, ਕਿੰਨੀ ਕੁ ਇੰਡਸਟਰੀ ਆ, ਕਿਹੜੀ ਇੰਡਸਟਰੀ ਲਾਈ ਆ? ਐਗਰੋ ਬੇਸਡ ਇੰਡਸਟਰੀ ਚਾਹੀਦੀ ਸੀ, ਇਹਨਾਂ ਨੇ ਲਾਈ ਹੀ ਨਹੀਂ। ਜਿਹੜਾ ਸਾਨੂੰ ਸਿਸਟਮ ਚਾਹੀਦਾ ਸੀ, ਸਾਡੇ ਬੱਚੇ ਤਾਂ ਹੀ ਬਾਹਰ ਭੱਜ ਗਏ। ਇੱਥੇ ਸਾਨੂੰ ਰੁਜ਼ਗਾਰ ਹੀ ਨਹੀਂ ਦਿੱਤਾ। ਜੇ ਖੇਤੀਬਾੜੀ ਚੋਂ ਵੀ ਰੁਜ਼ਗਾਰ ਖੋਲਿਆ, ਜਿਹਨੇ ਹੁਣ 5000 ਏਕੜ ਦਾ ਫਾਰਮ ਕੀਤਾ, ਉਹਨੂੰ ਲੇਬਰ ਦੀ ਲੋੜ ਹੀ ਨਹੀਂ ਪੈਣੀ। ਅੱਛਾ, ਇਹ ਹੋ ਕਿਉਂ ਰਿਹਾ ਹੈ ਕਿ ਸਾਡੇ ਜਿਹੜੇ ਭੰਡਾਰ ਨੇ ਅਨਾਜ ਦੇ, ਉਹ ਸਰਪਲਸ ਹੋ ਗਏ ਵੀ ਤਾਂ ਕਰਕੇ ਹੁਣ ਸਾਨੂੰ ਝੋਨੇ ਦੀ, ਕਣਕ ਦੀ ਐਡੀ ਲੋੜ ਨਹੀਂ ਮਹਿਸੂਸ ਹੋ ਰਹੀ? ਪੰਜਾਬ ਤੋਂ ਡਿਪੈਂਡੈਂਸੀ ਘਟ ਗਈ ਹੈ? ਕਿਉਂਕਿ ਉਹ ਤਾਂ ਸਮਾਂ ਸੀਗਾ ਜਦੋਂ ਕਹਿੰਦੇ ਸੀਗੇ ਕਿ ਕਿਸਾਨ ਨੂੰ ਹਰੀ ਕ੍ਰਾਂਤੀ ਵਾਲੀ ਗੱਲ ਸ਼ੁਰੂ ਹੋਈ ਜਦੋਂ ਤੋਂ। ਉਦੋਂ ਅਸੀਂ ਅਨਾਜ ਜਿਹੜਾ ਸੀ ਬਾਹਰਲੇ ਦੇਸ਼ਾਂ ਤੋਂ ਮੰਗਵਾਉਂਦੇ ਹੁੰਦੇ ਸੀ। ਇੱਕ ਵਾਰ ਸਾਨੂੰ ਬਾਹਰਲੇ ਦੇਸ਼ਾਂ ਨੇ ਅਨਾਜ ਮਾੜਾ ਭੇਜਤਾ ਸੀ, ਉਦੋਂ ਹੀ ਫਿਰ ਨਾਰਾ ਦਿੱਤਾ ਗਿਆ ਸੀਗਾ, ਜੈ ਜਵਾਨ ਜੈ ਕਿਸਾਨ ਦਾ। ਫਿਰ ਹਰੀ ਕ੍ਰਾਂਤੀ ਆਈ, ਅਸੀਂ ਜਿਉਂ ਦੱਬ ਕੇ ਖਾਦਾਂ ਪਾਉਣ ਲੱਗੇ, ਰਿਓ ਪਾਉਣ ਲੱਗੇ, ਪਾਣੀ ਕੱਢ ਕੇ ਥੱਲਿਓਂ ਅਸੀਂ ਆਪਦਾ ਜ਼ਮੀਨ ਖਰਾਬ ਕਰ ਲਈ, ਇੰਨਾ ਕੁ ਅਨਾਜ ਪੈਦਾ ਕਰਤਾ। ਉਦੋਂ ਜਿਹੜੀ ਕਣਕ ਹੁੰਦੀ ਸੀ ਉਹ 12-14 ਕੁਇੰਟਲ ਮਾਰੂ ਬੀਜਦੇ ਸੀ, 12-14 ਕੁਇੰਟਲ ਕਣਕ ਹੋ ਜਾਂਦੀ ਸੀ, ਕੋਈ ਰਿਓ ਨਹੀਂ ਸੀ ਪਾਉਂਦੇ। ਤੇ ਹੁਣ ਅਸੀਂ 20-22 ਤੇ ਲੈ ਗਏ, ਡੇਢੀ ਦੁੱਗਣੀ ਅਸੀਂ ਉਹਦੀ ਉਪਜ ਵਧਾਤੀ ਉਹਦੀ। ਪਰ ਉਹ ਸਾਨੂੰ ਮਿਲਿਆ ਕੀ? ਉਦੋਂ ਵੱਧ ਘਾਟੇ ਪੈਣ ਲੱਗੇ, ਸਾਰੀਆਂ ਕੀੜੇ ਮਾਰ ਦਵਾਈਆਂ ਪੈਣ ਲੱਗ ਗਈਆਂ, ਇਹ ਪੈਣ ਲੱਗ ਗਿਆ, ਜ਼ਮੀਨ ਦੀ ਉਹ ਖਰਾਬ ਹੋ ਗਈ। ਤੇ ਭੰਡਾਰ ਅਸੀਂ ਇੰਨੇ ਭਰਤੇ ਤੇ ਇਹ ਕਹਿੰਦੇ ਹੁਣ ਸਾਨੂੰ ਲੋੜ ਨਹੀਂ। ਅੱਜ ਸਾਨੂੰ ਝੋਨੇ ਦੀ ਲੋੜ ਨਹੀਂ, ਅੱਜ ਸਾਨੂੰ ਕਣਕ ਦੀ ਲੋੜ ਨਹੀਂ, ਅੱਜ ਸਾਨੂੰ ਗੰਨੇ ਦੀ ਲੋੜ ਨਹੀਂ, ਚੀਨੀ ਵੀ ਸਰਪਲਸ ਆ। ਫਿਰ ਅਸੀਂ ਕਿਹਾ ਵੀ ਸਾਨੂੰ ਕਿਸਾਨ ਤਾਂ ਤੇ ਆਇਲ ਸੀਡ ਆ, ਸਾਤੋਂ ਉਹ ਬਜਾ ਲਓ। ਸਾਡੇ ਤੋਂ ਤੁਸੀਂ ਬਾਹਰੋਂ ਫੀਮ ਮੰਗਾਉਨੇ ਹੋ, ਅਸੀਂ ਕਹਿੰਦੇ ਖਸਖਸ ਦੀ ਖੇਤੀ ਕਰਾ ਲਓ, ਉਹਨੂੰ ਕੋਈ ਮੰਨਣ ਨੂੰ ਤਿਆਰ ਨਹੀਂ ਹੈਗਾ। 85% ਬਾਹਰੋਂ ਮੰਗਵਾਉਨੇ ਹੋ ਤੁਸੀਂ, ਉਹ ਸਾਤੋਂ ਬਜਵਾ ਲਓ। ਫਿਰ ਅਸੀਂ ਕਹਿੰਦੇ ਬੱਚੇ ਅਸੀਂ ਪਾਲ ਲੈਂਦੇ ਆ, ਉਹ ਸਾਡੇ ਤੁਰੇ ਫਿਰਦੇ ਆ। ਡੈਰੀ ਵਾਲਾ ਵੀ ਮਰ ਗਿਆ, ਪੋਲਟਰੀ ਵਾਲਾ ਵੀ ਮਾਰਤਾ ਐਤਕੀ ਤੁਸੀਂ। ਜਿਹੜਾ ਸਾਡਾ ਸਹਾਇਕ ਧੰਦਾ ਸੀ, ਉਹ ਪੋਲਟਰੀ ਵੀ ਮਰ ਗਈ ਤੇ ਡੈਰੀ ਵਾਲਾ ਵੀ ਸਾਡਾ ਮਰ ਗਿਆ। ਵਾਇਰਸ ਚ ਪੋਲਟਰੀ ਵਾਲਾ ਸਮਾਨ ਖਾਦਾ ਹੀ ਨਹੀਂ ਕਿਸੇ ਨੇ। ਹਾਂ, ਡੈਰੀ ਵੀ ਮਰ ਗਈ, ਦੁੱਧ ਵੀ ਸਾਡਾ ਰੋਲਿਆ, ਡੋਲਣਾ ਪਿਆ। ਅੱਜ ਕੱਲ ਵੀ ਦੁੱਧ ਤੁਸੀਂ 30-40 ਰੁਪਏ ਲੀਟਰ ਪਿੰਡਾਂ 'ਚ ਮਿਲ ਜਾਂਦਾ, ਡੁਪਲੀਕੇਟ ਦੁੱਧ ਵਿਕੀ ਜਾਂਦਾ। ਉਹ ਥੋੜਾ ਚਿਰ ਇਹਨਾਂ ਨੇ ਮੁਹਿੰਮ ਚਲਾਈ, ਫੜਿਆ, ਹੁਣ ਉਦੋਂ ਬਾਅਦ ਉਹਨਾਂ ਹੀ ਫਿਰ ਬਣੀ ਜਾਂਦਾ ਦੁੱਧ ਡੁਪਲੀਕੇਟ। ਮਿਸ਼ਨ ਤੰਦਰੁਸਤ ਕਿਤੇ ਨਹੀਂ ਦਿਖਦਾ ਹੈਗਾ, ਜਿਹੜਾ ਨਾ ਉਹ ਕਿਤੇ ਨਹੀਂ ਦਿਸਦਾ। ਹੁਣ ਫਿਰ ਦੁੱਧ ਉਹਨਾਂ ਹੀ ਵਿਕੀ ਜਾਂਦਾ, ਸਿਹਤ ਨਾਲ ਸਾਡੀ ਨਾਲ ਖਿਲਵਾੜ ਹੋ ਰਿਹਾ। ਅਸੀਂ ਤਾਂ ਇਹੀ ਕਹਿੰਦੇ ਆ, ਕਿਸਾਨਾਂ ਨੂੰ ਵੀ ਇਹੀ ਕਹਿੰਦੇ ਆ ਤੇ ਸਰਕਾਰ ਨੂੰ ਵੀ, ਜਿਹੜਾ ਬਿਨਾਂ ਖਾਦਾਂ ਤੋਂ ਤੇ ਬਿਨਾਂ ਰਿਓਂ ਤੋਂ ਫਸਲ, ਕਿਸਾਨਾਂ ਨੂੰ ਵੀ ਅਸੀਂ ਪ੍ਰੇਰਿਤ ਕਰਦੇ ਆ ਵੀ ਕਿੱਲਾ 2-2 ਕਿੱਲੇ ਤੇ ਆਪਾਂ ਇਹਦੇ ਤੇ ਆਈਏ। ਆਪਾਂ ਝਾੜ ਦੇ ਮਗਰ ਨਾ ਪਈਏ, ਝਾੜ ਨਾ ਵਧਾਈਏ। 20-22 ਕੁਇੰਟਲ ਦਾ 15-16 ਕੁਇੰਟਲ ਕੱਢ ਲਓ, ਕਿਉਂਕਿ ਡਿਮਾਂਡ ਐਂਡ ਸਪਲਾਈ ਦੀ ਗੱਲ ਆ। ਜਿਹੜਾ PR 128 129 ਹੈ, ਇਹਦਾ ਕਿੰਨਾ 28 ਕੁਇੰਟਲ ਦੱਸਿਆ ਜਾ ਰਿਹਾ ਸੀਗਾ ਝਾੜ? 28 ਤੋਂ 30 ਕੁਇੰਟਲ ਦੱਸਿਆ। 28 ਤੋਂ 30, ਇਸੇ ਕਰਕੇ ਕਿਸਾਨਾਂ ਦੀ ਵੀ ਕੋਸ਼ਿਸ਼ ਸੀ ਵੀ ਸਾਨੂੰ ਮਿਲ ਜਵੇ। ਹਾਂਜੀ, ਤੇ ਜਿਹੜਾ 201 ਸੀ ਨਾ, ਉਹਦਾ ਚੰਗਾ ਝਾੜ ਸੀ, 35 ਤੱਕ ਗਿਆ ਸੀ। ਲੋ ਇਹਨਾਂ ਨੇ ਦੱਸਤਾ ਸੀ ਵੀ ਉਹਦਾ ਬਦਲ ਆ, 28 ਤੇ 29 ਉਹਦਾ ਬਦਲ। ਅਸੀਂ ਉਹਦੇ ਵੱਲ ਨੂੰ ਪੈ ਗਏ ਵੀ 2 ਕੁਇੰਟਲ ਝਾੜ ਵੱਧ ਗਿਆ ਤਾਂ ਸਾਡਾ 4000 ਰੁਪਈਆ ਸਾਡੀ ਲੇਬਰ ਵੱਧ ਗਈ। ਪਰ ਸਾਨੂੰ ਕੀ ਪਤਾ ਸੀ ਸਾਡੇ ਨਾਲ ਇਹ ਠੱਗੀ ਹੋ ਜਾਣੀ ਆ। ਤੇ ਹੁਣ ਤਾਂ ਅਸੀਂ ਤਾਂ ਇਹੀ ਕਹਿੰਦੇ ਆ ਵੀ ਇਹਦੇ ਲਈ ਕਾਨੂੰਨ ਸਖਤ ਬਣਨਾ ਚਾਹੀਦਾ। ਤੇ ਇੱਕ ਤਾਂ ਅਮੈਂਡਮੈਂਟ ਜੇ ਸਰਕਾਰ ਕਰਦੀ ਆ ਠੀਕ ਆ, ਨਹੀਂ ਅਸੀਂ ਵਕੀਲਾਂ ਨਾਲ ਗੱਲ ਕਰਕੇ ਅਸੀਂ ਕੋਰਟ 'ਚ ਵੀ ਜਾਵਾਂਗੇ ਵੀ ਜਿਹੜਾ ਜੇ ਅਸੀਂ ਜਿੱਤੋਂ ਚੀਜ਼ ਲੈਂਦੇ ਆ, ਅਸੀਂ ਕਿਉਂ ਨਹੀਂ ਕੇਸ ਉਹਤੇ ਕਰ ਸਕਦੇ? ਸਾਨੂੰ FIR ਕਰਾਉਣ ਦਾ ਉਹਦੇ ਤੇ ਹੱਕ ਹੋਵੇ। ਲਕੋਵਾਲ ਸਾਹਿਬ ਕਹਿੰਦੇ ਨੇ ਕਿ ਸਾਨੂੰ ਤੁਹਾਡੇ ਕੋਲ ਬਿੱਲ ਹੋਣਾ ਚਾਹੀਦਾ, ਅਸੀਂ ਕਰਾਂਗੇ ਕਾਰਵਾਈ, ਬਿੱਲ ਹੋਵੇ, ਤੁਹਾਡੇ ਕੋਲ ਪ੍ਰੋਪਰ ਸਬੂਤ ਹੋਣ ਉਸ ਗੱਲ ਦੇ ਕਿ ਹਾਂ ਤੁਸੀਂ ਉੱਥੋਂ ਹੀ ਖਰੀਦੀ। ਉਹ ਹੁਣ ਐਤਕੀ ਜੱਟ ਅਵੇਅਰ ਹੋ ਜਾਣਗੇ। ਹੁਣ ਜੱਟਾਂ ਨੇ ਬਿੱਲਾਂ ਵਾਲੀਆਂ ਵੀ ਪਾਈਆਂ ਨੇ, ਮੇਰੇ ਕੋਲ ਫੋਟੋਆਂ ਵੀ ਹੈਗੀਆਂ, ਬਿੱਲ ਵੀ ਲਏ ਹੋਏ ਆ ਕਿਸਾਨਾਂ ਨੇ। ਉਹ ਕਿਸਾਨਾਂ ਨੂੰ ਅਸੀਂ ਅੱਗੇ ਅਪੀਲ ਵੀ ਕਰਦੇ ਹਾਂ, ਹੁਣ ਵੀ ਕਰਾਂਗੇ ਵੀ ਕੋਈ ਵੀ ਚੀਜ਼ ਲੈਣੀ ਆ, ਕੋਈ ਬੀ ਲੈਣਾ, ਕੋਈ ਖਾਦ ਲੈਣੀ ਆ, ਕੋਈ ਕੀੜੇ ਮਾਰ ਦਵਾਈ ਲੈਣੀ ਆ, ਉਹਦਾ ਬਿੱਲ ਜ਼ਰੂਰ ਲਓ। ਅਸੀਂ ਵਕੀਲ ਨਾਲ ਗੱਲ ਕਰਕੇ ਹਾਈ ਕੋਰਟ ਜਾਵਾਂਗੇ ਜੇ ਸਰਕਾਰ ਨਹੀਂ ਕਰਦੀ ਵੀ ਸਾਨੂੰ ਇਜਾਜ਼ਤ ਮਿਲੋ। ਜਿਹੜਾ ਸਮਾਨ ਖਰੀਦਦਾ ਉਹ ਕਿਉਂ ਨਹੀਂ ਕੇਸ ਕਰ ਸਕਦਾ? ਅਸੀਂ ਐਗਰੀਕਲਚਰ ਜਾਂ ਇਹਨਾਂ ਦੇ ਡਿਪਾਰਟਮੈਂਟ ਤੇ ਇਹਨਾਂ ਤੇ ਕਿਉਂ ਆ? ਤੁਸੀਂ ਤਾਂ ਰਲੇ ਹੋਏ ਨੇ ਇਹਨਾਂ ਤੇ। ਉਹਨਾਂ ਦੀ ਮਰਜ਼ੀ ਆ, ਕਾਰਵਾਈ ਹੋਵੇ ਨਾ ਹੋਵੇ, FIR ਦਰਜ ਕਰਾਉਣੀ ਆ ਕਿ ਨਹੀਂ ਕਰਾਉਣੀ। ਨਹੀਂ, ਉਹ ਕਰਾਉਂਦੇ ਹੀ ਨਹੀਂ। ਜੋ ਉਹਨੇ ਇੰਨੇ ਲੂਜ਼ ਪੋਲ ਨੇ, ਇਹੋ ਜਿਹੀ ਮਾੜੀ ਕਰਾਉਂਦੇ ਆ। ਫਿਰ ਜਿਹੜੇ ਲੈਬ ਨੇ ਉੱਥੇ ਪੈਸੇ ਦੇ ਕੇ ਜਿਹੜਾ ਕੋਈ ਸੈਂਪਲ ਨੂੰ ਮਰਜ਼ੀ ਪਾਸ ਕਰਵਾ ਲਓ। ਸਾਡੇ ਹੁੰਦਾ ਇਹ ਕਹਿੰਦਾ ਸੈਂਪਲ ਗਿਆ ਹੋ ਜਾਣਾ, ਜਦ ਉਹਨੂੰ ਮਹੀਨੇ ਬਾਅਦ 20 ਦਿਨ ਬਾਅਦ ਸੈਂਪਲ ਦੀ ਰਿਪੋਰਟ ਆਈ, ਉਹ ਕਹਿੰਦਾ ਨਹੀਂ ਜੀ ਉਹ ਤਾਂ ਮਾਲ ਤਾਂ ਠੀਕ ਸੀ। ਤੇ ਹੁਣ ਵੀ ਜਿਹੜਾ ਇਹੀ ਹੁਣ ਛਾਪੇ ਪੈਣਾ, ਉਹ ਮਾਲ ਤਾਂ ਸਹੀ ਪਿਆ ਹੋਣਾ, ਇਹਨਾਂ ਨੇ ਮਾਲ ਉਹ ਚੱਕ ਲਿਆ। ਇਹ ਤਾਂ ਇੱਕਦਮ ਉਦਣ ਰਾਤ ਤੋਂ ਰਾਤ ਇਹ ਕਾਰਵਾਈ ਸਰਕਾਰ ਨੂੰ ਕਰਨੀ ਚਾਹੀਦੀ ਸੀ। ਜਿੱਦਣ ਫੜਿਆ ਸੀ ਸਾਰੇ ਪੰਜਾਬ 'ਚ ਛਾਪੇ ਵੱਜਣੇ ਚਾਹੀਦੇ ਸੀ। ਹੁਣ ਤਾਂ ਮਾਲ ਤੁਹਾਨੂੰ ਕਿਸੇ ਦੁਕਾਨ ਤੇ ਲੱਭਣਾ। ਸਿੱਧੀ ਗੱਲ ਸਮਝ ਆਉਂਦੀ ਹੈ ਲਖੋਵਾਲ ਸਾਹਿਬ, ਸ਼ੁਰੂਆਤ ਵੀ ਆਪਾਂ ਉੱਥੋਂ ਹੀ ਕੀਤੀ ਹੈ
ਵੀ ਯੂਨੀਵਰਸਿਟੀ ਤੋਂ ਬਗੈਰ ਤਾਂ ਕੋਈ ਪ੍ਰਾਈਵੇਟ ਵੇਚ ਹੀ ਨਹੀਂ ਸਕਦਾ। ਇਸੇ ਤੇ ਜੇ ਵੇਚਿਆ ਤਾਂ ਕਾਰਵਾਈ ਬਣਦੀ ਹੋਈ ਹੈ, ਪਹਿਲੀ ਗੱਲ ਤਾਂ ਹਾਂਜੀ ਇਹ ਹੈ। ਬਣਦੀ ਹੈ, ਕੋਈ ਨਹੀਂ ਵੇਚ ਸਕਦਾ ਇਹਨੂੰ, ਇਹ ਬੀ ਨੂੰ। ਦੂਜੇ ਵੀ ਕਈ ਬੰਦੇ ਕੀਤੇ, ਅੱਜ ਪ੍ਰੈਸ ਕਾਨਫਰੰਸਾਂ ਕਿਸੇ ਨੇ ਕੀਤੀਆਂ ਜਾਂ ਕਿਹਾ ਵੀ ਮੈਂ ਵੇਚ ਸਕਦਾ, ਇਹਨੂੰ ਕੋਈ ਨਹੀਂ ਵੇਚ ਸਕਦਾ। ਦੂਜੇ ਬੀਆਂ ਨੂੰ ਲਾਇਸੈਂਸ ਧਾਰ ਵੇਚ ਸਕਦਾ, ਪਰ ਜਿਹੜਾ ਬੀ ਇਹ ਅੰਡਰ ਟ੍ਰਾਇਲ ਆ ਉਹਨੂੰ ਕੋਈ ਨਹੀਂ ਵੇਚ। ਅੱਛਾ, ਜੇ ਕਿਸੇ ਨੇ ਇਹ ਵੇਚਿਆ ਤਾਂ ਕਾਰਵਾਈ ਬਣਦੀ ਹੈ, ਕਾਰਵਾਈ ਪੂਰੀ ਬਣਦੀ ਜਿਹਦਾ ਬਿੱਲ ਹੈਗਾ। ਹਾਂ, ਤੇ ਅਸੀਂ ਸਰਕਾਰ ਨੂੰ ਵੀ ਅਲਟੀਮੇਟਮ ਦਿੱਤਾ, ਅਸੀਂ 15 ਦਿਨ ਦਿੱਤੇ ਆ ਵੀ ਇਹਦੀ ਕਾਰਵਾਈ ਕਰਕੇ ਦੋਸ਼ੀ ਆ ਜਿਹੜੇ ਮੇਨ ਮਗਰਮੱਛ ਨੇ ਉਹਨਾਂ ਨੂੰ ਅੱਗੇ ਲਿਆਓ, ਨਹੀਂ ਤਾਂ ਅਸੀਂ 15 ਦਿਨਾਂ ਤੋਂ ਬਾਅਦ ਅਸੀਂ ਕਿਸਾਨ ਵੀ ਸੜਕਾਂ ਤੇ ਆਵਾਂਗੇ ਤੇ ਜਿਹੜੀ ਆ ਸਰਕਾਰ ਨੂੰ ਵੀ ਅਸੀਂ ਇਹਦੇ ਤੇ ਝੁਕਣ ਲਈ ਮਜਬੂਰ ਕਰਾਂਗੇ। ਆ ਜਿਹੜਾ ਕਰੋੜਾਂ ਦਾ ਇਹਦੇ ਵਿੱਚ ਫਿਰ ਲੱਗਦਾ ਕਿ ਘਪਲਾ ਹੋ ਗਿਆ ਇਸ ਗੱਲ ਨੂੰ ਲੈ ਕੇ। ਇੱਕ ਤਾਂ ਕਿ PR 128 129 ਹੈ ਵੀ ਹੈ ਕਿ ਨਹੀਂ, ਇਹ ਵੀ ਨਹੀਂ ਪਤਾ ਹੈਗਾ। ਇਹ ਪਤਾ ਹੀ ਨਹੀਂ ਹੈਗਾ ਕਿਹੜਾ ਬੀ ਸਾਨੂੰ ਦੇਤਾ, ਉਹਦੇ ਨਾਲ ਰਲਦਾ ਰੁਲਦਾ ਕਿਹੜਾ ਥੈਲੀ 'ਚ ਭਰ ਕੇ, ਸਾਨੂੰ ਕਿਹੜਾ ਕੋਈ ਪਛਾਣ ਆ, ਕਿਸੇ ਨੂੰ ਵੀ ਨਹੀਂ ਪਛਾਣ ਇਹਦੀ। ਕੋਈ ਥੈਲੀ ਭਰ ਕੇ ਥੈਲੀ ਜਾ ਕੇ ਭਿਉਂ ਦਿੰਦੇ ਆ, ਭਿਉਂ ਕੇ ਅਸੀਂ ਉਹਨੂੰ ਬੀਜ ਦਿੰਦੇ ਆ। ਤੇ ਅਸੀਂ ਤਾਂ ਇਹੀ ਬੇਨਤੀ ਕਰਾਂਗੇ ਸਰਕਾਰ ਨੂੰ, ਬੇੜਾ ਕਿਉਂਕਿ ਥੋੜਾ ਸਮਾਂ ਰਹਿ ਗਿਆ, ਬਦਨਾਮੀ ਨਾ ਖੱਟੋ, ਕਿਸਾਨਾਂ ਦੀ ਬਾਹ ਫੜੋ, ਕਿਸਾਨਾਂ ਨੇ ਵੋਟਾਂ ਪਾਉਣੀਆਂ, ਕਿਸਾਨਾਂ ਨੇ ਤੁਹਾਡੀ ਸਰਕਾਰ ਬਣਾਈ ਆ, ਸਾਡਾ ਹੱਥ ਫੜੋ। ਅੱਜ ਅਸੀਂ ਬੜੇ ਮਾੜੇ ਸਮੇਂ ਚੋਂ ਲੰਘ ਰਹੇ ਆ, ਇਦੋਂ ਮਾੜਾ ਸਮਾਂ ਨਹੀਂ ਹੋ ਸਕਦਾ, ਅਸੀਂ ਇਹੀ ਬੇਨਤੀ ਕਰਦੇ। ਚਲੋ, ਬਹੁਤ ਧੰਨਵਾਦ ਹਰਿੰਦਰ ਸਿੰਘ ਲੱਖੋਵਾਲ ਜੀ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਦੀ ਗੱਲਬਾਤ ਤੁਸੀਂ ਸੁਣੀ ਹੈ। ਪਰ ਵੱਡੀ ਗੱਲ ਇਹ ਹੈ ਕਿ ਇਸ ਦੇ ਵਿੱਚ ਅਕਾਲੀ ਦਲ ਵਰਸਸ ਕਾਂਗਰਸ ਜਾਂ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ। ਸਵਾਲ ਤਾਂ ਹੈ ਕਿ ਜੇ ਬੀਜ ਘੁਟਾਲਾ ਹੋਇਆ ਹੈ ਤਾਂ ਉਸ ਦੇ ਪਿੱਛੇ ਕੌਣ ਹੈ? ਜੇ PR 128 129 ਦਾ ਬੀਜ ਯੂਨੀਵਰਸਿਟੀ ਤੋਂ ਬਗੈਰ ਨਹੀਂ ਵੇਚਿਆ ਜਾ ਸਕਦਾ ਤਾਂ ਜਿਹੜੇ ਪ੍ਰਾਈਵੇਟ ਬੀਜ ਵਿਕਰੇਤਾ ਨੇ ਉਹਨਾਂ ਕੋਲ ਕਿਵੇਂ ਪਹੁੰਚ ਗਿਆ, ਜਾਂ ਉਹਨਾਂ ਨੂੰ ਕਿਵੇਂ ਪ੍ਰੋਵਾਈਡ ਕਰਵਾਤਾ? ਜਾਂਚ ਦਾ ਵਿਸ਼ਾ ਹੈ, ਜਾਂਚ ਹੋਣੀ ਚਾਹੀਦੀ ਹੈ। ਜੇ ਕੋਈ ਦੋਸ਼ੀ ਹੈ ਤਾਂ ਕਾਰਵਾਈ ਹੋਣੀ ਚਾਹੀਦੀ ਹੈ। ਜੇ ਜਾਲੀ ਬੀਜ ਵੇਚਿਆ ਗਿਆ ਹੈ ਤਾਂ ਕਿਉਂ ਵੇਚਿਆ ਗਿਆ ਹੈ? ਜੇ 70 ਰੁਪਏ ਕਿਲੋ ਵਾਲਾ ਬੀਜ 250 300 ਰੁਪਏ ਕਿਲੋ ਨੂੰ ਵੇਚਿਆ ਗਿਆ ਤਾਂ ਕਿਉਂ ਵੇਚਿਆ ਗਿਆ? ਸਵਾਲ ਵੱਡੇ ਨੇ। ਫਿਲਹਾਲ ਇਸ ਪੇਸ਼ਕਸ਼ ਚ ਹੀ ਸਾਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ। ਜੇ ਤੁਸੀਂ